वाहिगुरु जी का खालसा वाहिगुरु जी की फतेह। सारे ही दर्शकों को खालसा साजना दिवस दियां लख लख वधाइयां होण। प्रोग्राम देश प्रदेश के सारे ही दर्शकों का प्रोग्राम दे विच बलजिंदर सिंह अटवाल वालों बहुत बहुत स्वागत है। अज का साडा स्पैशल देश प्रदेश प्रोग्राम विसाखी स्पैशल प्रोग्राम रहेगा। ये जिहड़े इतिहासिक साडे दिन त्यौहार हैं, इन्हां दी की महत्ता है, क्यों मनाए जाते हैं, किवें मनाउणे चाहीदे हन, इस ते भी एक विशेष सैगमेंट होवेगा। धार्मिक महत्ता के नाल नाल साडा सभ्याचारक पिछोकड़ भी है। किसान इस मौके के उत्ते अपनियां फसलां, तन तूड़ी सारा कुछ साਂਭ के कणक की फसल चक के खुशियां दे विच भंगड़े पाउंदा मेले नूं जांदा है। खुशियां खेड़ियां दा ये माहौल हुंदा है, मेलियां दा त्यौहार है। पर इस वेले किसान भी बॉर्डर्स के उत्ते बैठा है, संघर्ष लड़ रहा है और किन्नियां दुखों तकलीफों के विचों लंघ रहा है। सो अज दे की हालात हैं, इस ते भी सैगमेंट्स पेश किए जाएंगे। प्रोग्राम के आखिर दे विच एक क्लासिक भंगड़े का गीत भी, यादगारी गीत विसाखी के मेलिਆਂ की याद ताज़ा कराउंदा होया पेश किया जाएगा। बाकी अज 17 तारीख है तो अज के दिन इतिहासिक नगर कीर्तन वैनकूवर की धरती के उत्ते होना सी खालसा दीवान सोसायटी वालों। तो अगले सनिचरवार नूं सरी दे विच रौनकां लगणीਆਂ सन, जिथे कि संसार भर दे विचों बहुत वड्डा नगर कीर्तन हुंदा है। पंजाब तो बाद सारियां तो वड्डा इकट्ठ जिहड़ा सरी दे विच हुंदा है, 5 लाख तो भी वध संगत इकट्ठी हुंदी है। सो माहौल जिहड़ा है अजे इजाजत नहीं दे रहा। पिछले साल भी नगर कीर्तन नहीं होए, पर अज दे दिन आपां उन्हां पुराने दिनां नूं जरूर याद कर लेंदे हाँ। 2 साल पहलां जिहड़े वैनकूवर दे विच अते सरी दे विच नगर कीर्तन होए सी, पेश करदे हाँ उन्हां दीयां कुछ झलकियां।
कल की थर दशमेश पिता परमात्म में तू मार गया पुत्रा दिया हड्डियां उत्ते सिख कौंदा मैंने सार गया कल की थर दशमेश पिता परमात्म में तू मार गया पुत्रा दिया हड्डियां उत्ते सिख कौंदा मैंने सार गया कल की थर दशमेश पिता परमात्म में तू मार गया। वाहिगुरु जी का खालसा वाहिगुरु जी की फतेह फतेह बोले सोने सत श्री अकाल। ਜਿੱਥੇ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਖਾਲਸਾ ਸਾਜਨਾ ਦਿਵਸ ਵਿਸਾਖੀ ਮਨਾ ਰਹੇ ਹਾਂ, ਵਿਸਾਖੀ ਸਪੈਸ਼ਲ ਪ੍ਰੋਗਰਾਮ ਚੱਲ ਰਿਹਾ ਹੈ, ਉੱਥੇ ਹੀ ਅਸੀਂ ਆਪਣੇ ਦਰਸ਼ਕਾਂ ਦੇ ਵਿੱਚੋਂ ਪ੍ਰਿੰਸ ਜੋਰਜ ਨਿਵਾਸੀ ਪ੍ਰਭ ਨੂਰ ਕੌਰ ਸਿੱਧੂ ਹੁਣਾਂ ਨੂੰ ਉਹਨਾਂ ਦੇ 16ਵੇਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ ਤੇ ਖਾਸ ਤੌਰ ਤੇ ਉਹਨਾਂ ਦੇ ਮਮ ਡੈਡ ਅਤੇ ਦੋਹਾਂ ਹੀ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਸਿੱਖ ਕੌਮ ਵੱਲੋਂ ਜੇ ਦੇਖੀਏ ਤਾਂ ਦੋ ਇਤਿਹਾਸਕ ਦਿਨ ਬਹੁਤ ਹੀ ਵੱਡੀ ਪੱਧਰ ਤੇ ਧੂਮ-ਧਾਮ ਦੇ ਨਾਲ ਖਾਲਸੇ ਦੇ ਜਨਮ ਸਥਾਨ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਂਦੇ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਹੋਲਾ ਮਹੱਲਾ ਲੰਘ ਕੇ ਗਿਆ ਹੈ ਤੇ ਹੁਣ ਵਿਸਾਖੀ ਦਾ ਤਿਉਹਾਰ ਜਿਹੜਾ ਲੰਘ ਕੇ ਗਿਆ ਹੈ, ਖਾਲਸਾ ਸਾਜਨਾ ਦਿਵਸ ਲੰਘ ਕੇ ਗਿਆ ਹੈ। ਬਹੁਤ ਭਾਰੀ ਰੌਣਕਾਂ ਲੱਗਦੀਆਂ ਹਨ। ਇਹ ਇਤਿਹਾਸਿਕ ਦਿਨ ਕਿਉਂ ਮਨਾਏ ਜਾਂਦੇ ਹਨ, ਇਹਨਾਂ ਦੀ ਕੀ ਮਹਾਨਤਾ ਹੈ? ਜੇ ਅਸੀਂ ਮਨਾਉਣੇ ਹਨ ਤਾਂ ਸਾਨੂੰ ਘੱਟੋ ਘੱਟ ਇਹਨਾਂ ਦੀ ਮਹਾਨਤਾ ਬਾਰੇ, ਇਹਨਾਂ ਦੇ ਪਿਛੋਕੜ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਇੱਕ ਖਾਸ ਵਿਸ਼ੇਸ਼ ਗੱਲਬਾਤ ਤੁਹਾਡੇ ਵਾਸਤੇ ਹਾਜ਼ਰ ਕਰਨ ਜਾ ਰਹੇ ਹਾਂ। ਸਿੱਖ ਇਤਿਹਾਸਕਾਰ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਹੁਣਾਂ ਦੇ ਨਾਲ ਰਾਜਦੀਪ ਕੌਰ ਹੁਣਾਂ ਦੀ ਇਹ ਵਿਸ਼ੇਸ਼ ਗੱਲਬਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਪ੍ਰਦੇਸ਼ ਟੀਵੀ ਅਤੇ ਰੈੱਡ ਐਫਐਮ ਨਾਲ ਜੁੜੇ ਸਾਰੇ ਅਜ਼ੀਜ਼ ਸਾਥੀਆਂ ਦਾ ਮੈਂ ਰਾਜਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਦੀ ਸਾਜਨਾ ਕਰਦੇ ਨੇ। 1700 ਦੇ ਵਿੱਚ ਇਸੇ ਧਰਤੀ ਦੇ ਉੱਪਰ ਹੋਲਾ ਮਹੱਲਾ ਤਿਉਹਾਰ ਦੀ ਸ਼ੁਰੂਆਤ ਹੁੰਦੀ ਹੈ, ਜੋ ਤਿਉਹਾਰ ਸਿੱਖ ਕੌਮ ਦੇ ਵਿੱਚ ਇੱਕ ਵੱਖਰਾ ਸਥਾਨ ਰੱਖਦਾ ਹੈ। ਇਸ ਤਿਉਹਾਰ ਦੇ ਅਰਥਾਂ ਨੂੰ ਜੇਕਰ ਸਮਝਣਾ ਹੋਵੇ ਤਾਂ ਇਸ ਦੇ ਸ਼ਬਦਾਂ ਦੇ ਸ਼ਾਬਦਿਕ ਅਰਥ ਤੋਂ ਵੀ ਸਮਝਿਆ ਜਾ ਸਕਦਾ ਹੈ, ਜਿਸ ਦਾ ਅਰਥ ਹੈ ਹੱਲਾ ਬੋਲਣਾ ਜਾਂ ਕਿਸੇ ਨੇਕ ਕੰਮ ਦੇ ਲਈ ਜੰਗ ਵਿੱਚ ਜੂਝਣਾ।
ਅਤੇ ਮਹੱਲੇ ਦਾ ਅਰਥ ਹੁੰਦਾ ਹੈ ਜਿਸ ਜਗ੍ਹਾ ਦੇ ਉੱਪਰ ਜੰਗ ਲੜੀ ਜਾਂਦੀ ਹੈ ਅਤੇ ਜਿਸ ਜਗ੍ਹਾ ਨੂੰ ਫਤਿਹ ਕੀਤਾ ਜਾਂਦਾ ਹੈ। ਅੱਜ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਨੇ ਇਤਿਹਾਸਕਾਰ ਅਤੇ ਸਿੱਖ ਵਿਦਵਾਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ, ਤੁਹਾਡੇ ਸਤਿਕਾਰਿਤ ਜਿਹੜੇ ਸਰੋਤੇ ਆ ਉਹਨਾਂ ਨੂੰ ਵੀ ਬੜੇ ਪਿਆਰ ਨਾਲ, ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਜਿਵੇਂ ਆਪਾਂ ਗੱਲ ਕੀਤੀ ਹੈ ਕਿ ਤਿਉਹਾਰ ਕੌਮ ਦੇ ਜਿੰਦ ਜਾਨ ਹੁੰਦੇ ਨੇ, ਕਹਿੰਦੇ ਨੇ ਜਿਵੇਂ ਸਿੱਖ ਕੌਮ ਦੀ ਜੇਕਰ ਗੱਲ ਕਰ ਲਈ ਤਾਂ ਸਿੱਖ ਕੌਮ ਦੇ ਤਿਉਹਾਰ, ਇਸ ਦੇ ਗੁਰਧਾਮ, ਇਸ ਦੇ ਸਰੋਵਰ, ਇਸ ਦੀ ਜਿੰਦ ਜਾਨ ਮੰਨੇ ਜਾਂਦੇ ਨੇ। ਇਸ ਬਾਰੇ ਜਾਣਕਾਰੀ ਦਿਓ। ਦੇਖੋ, ਇਹ ਬਹੁਤ ਵੱਡੇ ਇੰਪੋਰਟੈਂਟ ਈਵੈਂਟ ਆ ਸਿੱਖ ਇਤਿਹਾਸ ਦੇ ਵਿੱਚ, ਜਿਸ ਦਾ ਆਧਾਰ ਸਿੱਖ ਆਈਡੀਓਲੋਜੀ ਦੇ ਉੱਤੇ ਆ। ਗੁਰੂ ਨਾਨਕ ਦੀ ਇੱਕ ਵਿਚਾਰਧਾਰਾ ਹੈ। ਉਹ ਵਿਚਾਰਧਾਰਾ ਇਹ ਹੈ ਕਿ ਦੁਨੀਆ ਦੇ ਵਿੱਚ ਰਹਿ ਕੇ ਹੀ ਤੁਸੀਂ ਵਿਚਰਨਾ ਹੈ, ਦੁਨੀਆ ਦੇ ਵਿੱਚ ਰਹਿ ਕੇ ਤੁਸੀਂ ਸਾਲਵੇਸ਼ਨ ਪਾਉਣੀ ਹੈ, ਮੁਕਤੀ ਪਾਉਣੀ ਹੈ, ਦੁਨੀਆ ਛੱਡ ਕੇ ਨਹੀਂ ਜਾਣਾ। ਤੋ ਸਾਡਾ ਇੱਕ ਸਮਾਜਿਕ ਧਰਮ ਹੈ, ਸੁਸਾਈਟਲ ਰਿਲੀਜਨ ਜਿਹਨੂੰ ਅੰਗਰੇਜ਼ੀ 'ਚ ਅਸੀਂ ਕਹਿੰਦੇ ਹਾਂ। ਉਸ ਦੇ ਸੰਦਰਭ ਦੇ ਵਿੱਚ ਬਹੁਤ ਇੰਪੋਰਟੈਂਟ ਇੱਕ ਗੁਰੂ ਨਾਨਕ ਮਹਾਰਾਜ ਦੀ ਇੱਕ ਕੰਟਰੀਬਿਊਸ਼ਨ ਹੈ ਕਿ ਦੁਨੀਆ ਦੇ ਵਿੱਚ ਵਿਚਰਨ ਦੇ ਲਈ ਜੇ ਸਮਾਜ ਨੇ ਵਿਚਰਨਾ ਤਾਂ ਸਮਾਜ ਦੀ ਬਿਹਤਰੀ ਦੇ ਲਈ ਜਿਹੜੀ ਯੂਜ਼ ਆਫ ਫੋਰਸ ਉਹ ਜਸਟੀਫਾਈਡ ਹੈ। ਮਤਲਬ ਵਾਇਲੈਂਸ ਜਸਟੀਫਾਈਡ ਨਹੀਂ ਹੈ, ਯੂਜ਼ ਆਫ ਫੋਰਸ ਫॉर ਰਾਈਟਸ ਕਾਜ਼ਸ। ਜਦੋਂ ਕਿ ਦੂਸਰੇ ਸਾਰੇ ਮੀਨਸ ਜਿਹੜੇ ਉਹ ਫੇਲ ਹੋ ਜਾਂਦੇ ਆ ਤਾਂ ਉਹ ਜਸਟੀਫਾਈਡ ਹੈ, ਤੁਸੀਂ ਉਸ ਨੂੰ ਯੂਜ਼ ਕਰ ਸਕਦੇ ਹੋ ਕਿਉਂਕਿ ਤੁਹਾਡੀ ਪ੍ਰੋਟੈਕਸ਼ਨ, ਤੁਹਾਡੀ ਡਿਫੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਉਸੇ ਪ੍ਰੋਸੈਸ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਆਦੇਸ਼ ਦਿੱਤਾ, ਜੇ ਤੁਸੀਂ ਮੇਰੇ ਕੋਲ ਆਉਣਾ, ਮੈਨੂੰ ਤੁਸੀਂ ਚੜਾਵਾ ਕਿਸੇ ਕਿਸਮ ਦਾ ਕਰਨਾ ਤਾਂ ਉਸ ਦੇ ਵਿੱਚ ਤੁਸੀਂ ਮੈਨੂੰ ਘੋੜੇ ਲੈ ਕੇ ਆਓ। ਨਵਾਂ ਪੰਥ ਆ, ਉਸ ਪੰਥ ਦੀ ਪ੍ਰੋਟੈਕਸ਼ਨ ਦੇ ਲਈ ਸਾਨੂੰ ਕੋਈ ਨਾ ਕੋਈ ਡਿਫੈਂਸ ਜ਼ਰੂਰ ਚਾਹੀਦੀ ਹੈ। ਜੇ ਡਿਫੈਂਸ ਨਹੀਂ ਹੋਏਗੀ ਤਾਂ ਸਿੱਖੀ ਦੇ ਜਿਹੜੇ ਦੁਸ਼ਮਣ ਆ, ਉਸ ਵਿਚਾਰਧਾਰਾ ਦੇ ਜਿਹੜੇ ਵਿਰੋਧੀ ਆ, ਉਹ ਇਸ ਨੂੰ ਹੜੱਪ ਕਰ ਲੈਣਗੇ ਸੂਨਰ ਔਰ ਲੇਟਰ। ਤੋ ਗੁਰੂ ਪੰਜਵੇਂ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਬਾਣੀ ਦੇ ਰਾਹੀਂ ਇਹ ਚੀਜ਼ਾਂ ਨੂੰ ਬੜਾ ਮਤਲਬ ਖੁੱਲ੍ਹ ਕੇ ਪ੍ਰਚਾਰ ਕੀਤਾ ਇਸ ਗੱਲ ਦਾ। ਛੇਵੇਂ ਪਾਤਸ਼ਾਹ ਨੇ ਤੁਸੀਂ ਦੇਖੋ ਅੱਗੇ ਜਾ ਕੇ ਫੌਜ ਰੱਖੀ, ਸੱਤਵੇਂ ਪਾਤਸ਼ਾਹ ਨੇ ਵੀ ਫੌਜ ਰੱਖੀ। ਤੋ ਇਹ ਪ੍ਰੋਸੈਸ ਚੱਲਦਾ ਆ ਰਿਹਾ। ਤਾਂ ਜਿਹੜੇ ਦਸਵੇਂ ਪਾਤਸ਼ਾਹ, ਦਸਵੇਂ ਨਾਨਕ ਹੈ, ਉਹਨਾਂ ਨੇ ਖਾਲਸੇ ਦੀ, ਜਿਸ ਤਰ੍ਹਾਂ ਤੁਸੀਂ ਦੱਸਿਆ, ਖਾਲਸੇ ਦੀ ਸਿਰਜਣਾ ਕੀਤੀ। ਖਾਲਸੇ ਦੀ ਸਿਰਜਣਾ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਇਨਸਿਗਨੀਆ ਹੈ, ਸਿੰਬਲ ਨਹੀਂ ਇਨਸਿਗਨੀਆ ਹੈ, ਉਹ ਕਿਰਪਾਨ ਹੈ। ਕਿਰਪਾਨ ਪਾਉਣੀ ਲਾਜ਼ਮੀ ਹੈ। ਕਿਉਂ ਕਿਰਪਾਨ ਪਾਉਣੀ ਲਾਜ਼ਮੀ ਹੈ? ਕਿਉਂਕਿ ਕਿਰਪਾਨ ਪਾ ਕੇ ਤੁਸੀਂ ਮਾਲਾਧਾਰੀ ਨਹੀਂ ਬਣਨਾ, ਤੁਸੀਂ ਵਿਰਾਗੀ ਨਹੀਂ ਬਣਨਾ, ਤੁਸੀਂ ਭਗਵੇਂ ਕੱਪੜੇ ਪਾ ਕੇ ਕਲਮੰਡਲ ਲੈ ਕੇ ਦਰ ਦਰ ਦੇ ਵਿੱਚੋਂ ਰੋਟੀਆਂ ਮੰਗਣੀਆਂ ਨਹੀਂ ਹੈ। ਤੁਸੀਂ ਇਹ ਸਮਾਜ ਦੇ ਵਿੱਚ ਵਿਚਰਨਾ, ਔਰ ਇਹ ਸਮਾਜ ਦੇ ਵਿੱਚ ਵਿਚਰ ਕੇ ਤੁਹਾਡਾ ਇੱਕ ਡਿਊਟੀ ਹੈ, ਮੋਰਲ ਓਬਲੀਗੇਸ਼ਨ ਹੈ। ਕਿਸ ਲਈ ਓਬਲੀਗੇਸ਼ਨ ਹੈ? ਜਿਹੜੇ ਨਿਹੱਥੇ, ਜਿਨ੍ਹਾਂ 'ਤੇ ਜ਼ੁਲਮੋ ਸਿਤਮ ਹੋ ਰਿਹਾ, ਜਿਹੜੇ ਲਤਾੜੇ ਜਾ ਰਹੇ ਆ, ਉਹਨਾਂ ਦੀ ਡਿਫੈਂਸ ਦੇ ਵਿੱਚ ਤੁਸੀਂ ਖੜ੍ਹੇ ਹੋਣਾ, ਹਾਂ ਦਾ ਨਾਰਾ ਮਾਰਨਾ। ਜੇ ਜ਼ਰੂਰਤ ਪਈ ਤਾਂ ਇਸ ਕਿਰਪਾਨ ਦਾ ਵੀ ਇਸਤੇਮਾਲ ਕਰਨਾ ਹੈ ਆਪਣੀ ਡਿਫੈਂਸ ਦੇ ਲਈ, ਆਪਣੇ ਜਿਹੜੇ ਮੋਰਲ ਹਾਈ ਗਰਾਊਂਡ ਪ੍ਰਿੰਸੀਪਲਸ ਹੈਗੇ ਉਹਨਾਂ ਦੇ ਲਈ, ਔਰ ਦੂਸਰੇ ਜਿਹੜੇ ਨਿਹੱਥੇ ਲੋਕ ਆ, ਚਾਹੇ ਕੋਈ ਵੀ ਹੋ ਸਕਦਾ। ਭਾਈ ਕਨ੍ਹਈਆ ਜੀ ਦੀ ਇੱਕ ਬਹੁਤ ਹੀ ਸੁਪਰੀਮ ਮਤਲਬ ਐਗਜ਼ਾਮਪਲ ਆ ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ ਯੂਨੀਕ ਆ, ਕਿ ਭਾਈ ਕਨ੍ਹਈਆ ਜੀ ਜਦੋਂ ਜੰਗ ਹੋ ਰਹੀ ਆ ਮਹਾਰਾਜ ਦੀ ਦੂਸਰੇ ਦੁਸ਼ਮਣਾਂ ਦੇ ਨਾਲ, ਪਠਾਨਾਂ ਦੇ ਨਾਲ, ਇਸੇ ਤਰੀਕੇ ਨਾਲ ਮੁਗਲਾਂ ਦੇ ਨਾਲ, ਤਾਂ ਪਾਣੀ ਪਿਲਾ ਰਿਹਾ। ਪਾਣੀ ਉਹ ਜ਼ਖਮੀ ਜਿਹੜੇ ਦੂਸਰਿਆਂ ਨੂੰ, ਵਿਰੋਧੀਆਂ ਨੂੰ ਵੀ ਪਿਲਾ ਰਹੇ ਆ। ਤਾਂ ਸ਼ਿਕਾਇਤ ਹੋ ਗਈ, ਤਾਂ ਮਹਾਰਾਜ ਨੇ ਕਿਹਾ ਵੀ ਇਹ ਬਹੁਤ ਵਧੀਆ ਗੱਲ ਹੈ, ਭੋਜਨ ਵੀ ਛਕਾਓ, ਉਹਨਾਂ ਦੀ ਪੱਟੀ ਵੀ, ਉਹਨਾਂ ਨੂੰ ਮੱਲਮ ਪੱਟੀ ਵੀ ਕਰੋ। ਤਾਂ ਇਹ ਇੱਕ ਬਹੁਤ ਬੜਾ ਮਤਲਬ ਉੱਚਾ, ਇੱਕ ਬਹੁਤ ਆਈਡੀਓਲੋਜੀਕਲ ਮਤਲਬ ਹਾਈ ਮੋਰਲ ਗਰਾਊਂਡ ਆ, ਜਿਹੜਾ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਜਗ੍ਹਾ ਹੋਰ ਮਿਲਦਾ ਨਹੀਂ, ਕਿ ਤੁਸੀਂ ਕਿਸੇ ਵੀ ਜਿਹੜਾ ਜ਼ਖਮੀ ਆ, ਕੋਈ ਜਿਹੜਾ ਤੜਫ ਰਿਹਾ, ਜਿਹੜਾ ਭੁੱਖਾ ਪਿਆਸਾ, ਉਸ ਨੂੰ ਤੁਸੀਂ ਉਸ ਦੀ ਡਿਫੈਂਸ ਦੇ ਵਿੱਚ, ਸਿੱਖਾਂ ਨੇ ਅੱਜ ਤੱਕ ਵੀ ਕਰਕੇ ਦਿਖਾਇਆ, ਆ ਲਾਕਡਾਊਨ 'ਚ ਵੀ ਕਰਕੇ ਦਿਖਾਇਆ। ਇਹ ਸਾਨੂੰ ਯਾਦ ਕਰਾਉਂਦਾ ਕਿ ਗੁਰੂ ਨੇ ਸਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਕਿ ਅਸੀਂ ਉਸ ਜ਼ਿੰਮੇਵਾਰੀ ਦੇ ਵਿੱਚ ਵਚਨਬੱਧ ਰਹੀਏ। ਮੌਕ ਜਿਹੜੀ ਫਾਈਟ ਅਸੀਂ ਸਿੱਖਦੇ ਰਹੀਏ, ਅਸੀਂ ਉਸ ਤੋਂ ਦੂਰ ਨਾ ਹੋ, ਹਥਿਆਰਾਂ ਤੋਂ ਅਸੀਂ ਦੂਰ ਨਾ ਹੋ ਜਾਈਏ। ਹਥਿਆਰਾਂ ਦੀ ਜਿਹੜੀ ਇਸਤੇਮਾਲ ਹੈ
ਉਸ ਦੀ ਜਸਟੀਫਿਕੇਸ਼ਨ ਚਾਹੀਦੀ ਹੈ। ਮੀਨਸ ਜਿਹੜੇ ਹੈਗੇ ਆ ਉਹ ਜਸਟੀਫਾਈ ਕਰਨਗੇ ਐਂਡਸ ਨੂੰ, ਐਂਡਸ ਨਹੀਂ ਜਸਟੀਫਾਈ ਕਰਨਗੇ ਮੀਨਸ ਨੂੰ। ਤੋ ਇਸ ਕਰਕੇ ਜ਼ਰੂਰੀ ਆ ਕਿ ਮਹਾਰਾਜ ਨੇ ਜਿਹੜੇ ਹੋਲਾ ਮਹੱਲਾ ਦਾ ਮਹਾਤਮ ਆ ਉਸ ਦੇ ਵਿੱਚ ਸਿੱਖਾਂ ਨੂੰ ਇੱਕ ਟ੍ਰੇਨਿੰਗ ਦਿੱਤੀ। ਇੱਕ ਉੱਥੇ ਕਿਲ੍ਹਾ ਬਣਾਇਆ ਅਨੰਦਪੁਰ ਸਾਹਿਬ ਦੇ ਵਿੱਚ, ਜਿੱਥੇ ਜਾ ਕੇ ਸਿੱਖਾਂ ਨੂੰ ਦੋਨੇ ਪਾਸਿਓਂ ਇੱਕ ਵਿਰੋਧੀ ਧਿਰ ਬਣ ਜਾਂਦੀ ਸੀ। ਮੌਕ ਟਰਾਇਲਸ ਜਿਸ ਨੂੰ ਕਹਿੰਦੇ ਆ। ਅੱਜ ਵੀ ਸਾਰੀ ਦੁਨੀਆ ਦੇ ਵਿੱਚ ਐਕਸਰਸਾਈਜ਼ਸ ਹੁੰਦੀਆਂ, ਸਾਰੀਆਂ ਵੱਡੀਆਂ ਵੱਡੀਆਂ ਫੌਜਾਂ, ਚਾਹੇ ਅਮਰੀਕਾ, ਕੈਨੇਡਾ, ਇਸੇ ਤਰੀਕੇ ਨਾਲ ਆਸਟ੍ਰੇਲੀਆ, ਇਸੇ ਤਰੀਕੇ ਨਾਲ ਚਾਈਨਾ, ਇੰਡੀਆ, ਉਹ ਮਤਲਬ ਐਕਸਰਸਾਈਜ਼ਸ ਕਰਦੇ ਆ ਜਿਸ ਦੇ ਵਿੱਚ ਲੜਾਈ ਨਹੀਂ ਹੁੰਦੀ, ਪਰ ਉਹ ਇੱਕ ਕਿਸਮ ਦੀ ਐਕਸਰਸਾਈਜ਼ ਹੁੰਦੀ ਆ ਜਿਹੜੀ ਇੱਕ ਫੇਕ ਹੁੰਦੀ ਆ, ਤਾਂ ਕਿ ਜਿਹੜੇ ਫੌਜ ਆ ਜਾਂ ਜਿਹੜੇ ਫੌਜੀ ਆ ਉਹਨਾਂ ਨੂੰ ਉਸ ਚੀਜ਼ ਦੇ ਲਈ ਅਹਿਸਾਸ ਕਰਾਇਆ ਜਾਵੇ ਵੀ ਕਿਸ ਤਰੀਕੇ ਨਾਲ ਅਸੀਂ ਹਥਿਆਰਾਂ ਦਾ ਇਸਤੇਮਾਲ ਕਰਨਾ ਜਦੋਂ ਜ਼ਰੂਰਤ ਪਏਗੀ। ਪਰ ਜੇਕਰ ਆਪਾਂ ਗੱਲ ਕਰਦੇ ਹਾਂ ਹੋਲੀ ਤੇ ਹੋਲੇ ਮਹੱਲੇ ਦੀ, ਕਈ ਲੋਕਾਂ ਨੂੰ ਇਸ ਦੇ ਵਿਚਕਾਰ ਜਿਹੜੀਆਂ ਸ਼ੰਕਾਵਾਂ ਰਹਿੰਦੀਆਂ ਨੇ, ਕਿਉਂਕਿ ਇੱਕ ਦਿਨ ਪਹਿਲਾਂ ਹੋਲੀ ਆਉਂਦੀ ਹੈ ਤੇ ਇੱਕ ਦਿਨ ਬਾਅਦ ਹੋਲਾ ਮਹੱਲਾ ਆਉਂਦਾ ਹੈ। ਇਹਨਾਂ ਦੇ ਸ਼ਬਦ ਵੀ ਆਪਸ ਵਿੱਚ ਥੋੜ੍ਹੇ ਰਲਦੇ ਮਿਲਦੇ ਨੇ, ਪਰ ਇੱਕ ਦਿਨ ਬਾਅਦ ਹੀ ਕਿਉਂ ਇਸ ਦਿਨ ਨੂੰ ਚੁਣਿਆ ਗਿਆ? ਨਹੀਂ, ਉਹ ਤਾਂ ਦੇਖੋ ਦਿਨ ਚੁਣਨ ਦੀ ਤਾਂ ਗੱਲ ਇਹ ਹੋਣੀ ਹੈ ਤਾਂ ਗੁਰੂ ਨੂੰ ਪਤਾ ਵੀ ਕਿਹੜਾ ਦਿਨ ਮੈਂ ਚੁਣਨਾ ਹੈ, ਕਿਹੜੇ ਦਿਨ ਮੈਂ ਇਹ ਕੰਮ ਕਰਨੀ ਹੈ। ਇਹ ਤਾਂ ਇੱਕ ਮਤਲਬ ਉਹਨਾਂ ਦੇ ਮਾਈਂਡ ਦੀ ਪ੍ਰੋਜੈਕਸ਼ਨ ਹੈਗੀ ਗੁਰੂ ਮਹਾਰਾਜ ਦੀ, ਕਿਉਂਕਿ ਇੱਕ ਮੌਸਮ ਦੇ ਕਲਾਈਮੈਟਿਕ ਕੰਡੀਸ਼ਨਸ ਦੇ ਮੁਤਾਬਕ ਉਹਨਾਂ ਦਿਨਾਂ ਦੇ ਵਿੱਚ ਵੀ ਇਹ ਮੌਸਮ ਵੀ ਇਸ ਵੇਲੇ ਚੰਗਾ ਹੁੰਦਾ। ਇਸ ਮੌਸਮ ਦੇ ਵਿੱਚ ਇਸ ਕਿਸਮ ਦੀਆਂ ਐਕਸਰਸਾਈਜ਼ਸ ਵੀ ਕੀਤੀਆਂ ਜਾ ਸਕਦੀਆਂ। ਜਿਹੜਾ ਹੋਲੀ ਆ ਉਹ ਤਾਂ ਸੀਜ਼ਨਲ ਤਿਉਹਾਰ ਆ, ਉਹ ਮੌਸਮ ਦਾ ਬਦਲਣ ਦਾ ਇੱਕ ਤਿਉਹਾਰ ਆ। ਉਸ ਦੇ ਨਾਲ ਜਿਹੜੇ ਆ ਹਿੰਦੂ ਲੋਕ ਉਹ ਮਤਲਬ ਰੰਗ ਇੱਕ ਦੂਜੇ ਦੇ ਉੱਤੇ ਪਾਉਂਦੇ ਆ। ਗੱਲ ਜਿਹੜੀ ਸਾਡੀ ਹੋਲੇ ਮਹੱਲੇ ਦੀ ਆ ਇਹ ਤਾਂ ਇੱਕ ਸਿਧਾਂਤਿਕ ਗੱਲ ਹੈ, ਇਹ ਇਤਿਹਾਸਿਕ ਗੱਲ ਆ। ਇਸ ਗੱਲ ਦੇ ਵਿੱਚ ਸਪਿਰਿਚੁਅਲਿਟੀ ਵੀ ਆ, ਇਸ ਦੇ ਵਿੱਚ ਜਿਹੜੀਆਂ ਮੌਕ ਫਾਈਟਸ ਆ ਉਹਨਾਂ ਨੂੰ ਵੀ ਸਮਝਿਆ ਜਾਂਦਾ ਔਰ ਉਹਨਾਂ ਦੇ ਉੱਤੇ ਐਕਸਰਸਾਈਜ਼ਸ ਕੀਤੀਆਂ ਜਾਂਦੀਆਂ। ਹੁਣ ਦੇਖੋ ਕਿਸ ਤਰੀਕੇ ਦੀ ਕਮਾਲ ਦੀ ਜਿਹੜੀ ਨਿਹੰਗ ਸਿੰਘ ਆ, ਕਿਸ ਤਰ੍ਹਾਂ ਘੋੜੇ ਦੇ ਉੱਤੇ ਸਵਾਰ ਹੋ ਕੇ ਘੋੜ ਸਵਾਰੀ ਜਿਹੜੀ ਯੂਨੀਕ ਆ ਦੁਨੀਆ ਦੇ ਵਿੱਚ, ਅੱਜ ਕੱਲ੍ਹ ਵੀ ਨਹੀਂ ਉਸ ਕਿਸਮ ਦੀ। ਕਿੰਨੀ ਹਾਈ ਸਪੀਡ ਦੇ ਉੱਤੇ ਇੱਕ ਘੋੜੇ ਦਾ ਜਿਹੜਾ ਸਵਾਰ ਆ 2 ਘੋੜਿਆਂ ਨੂੰ ਭਜਾ ਕੇ ਉਸ ਦੇ ਉੱਤੇ ਉਹ ਕਿਸ ਕਿਸਮ ਦੀ ਗੱਲ ਕਰ ਰਹੇ ਆ। ਇਹ ਗੱਲ ਤਾਂ ਸਿੱਖ ਉਹਨਾਂ ਲਈ ਆ ਜਿਹੜੇ ਕਿ ਆਪਣੇ ਆਪ ਨੂੰ ਮੌਤ ਦੇ ਨਾਲ ਖੇਡਣ ਵਾਲੀ ਗੱਲ, ਮੌਤ ਨਾਲ ਖੇਡਣ ਵਾਲੀ ਗੱਲ ਹੈ। ਇਹ ਕੋਈ ਉਹ ਸਿੰਪਲ ਕਿਸਮ ਦੀ ਐਕਸਰਸਾਈਜ਼ ਨਹੀਂ ਵੀ ਜਿਹਦੇ ਪਿੱਛੇ ਐਵੇਂ ਤੁਸੀਂ ਦਿਖਾਤੀ ਕੋਈ ਡੈਮੋਨਸਟ੍ਰੇਸ਼ਨ ਕਰਕੇ, ਜਿਵੇਂ ਜਿਮਨੈਸਟਿਕ ਕਰਦੇ ਆ ਕੋਈ ਲੋਕ। ਸਿੱਖਾਂ ਦੀ ਤਾਂ ਗੱਲ ਸਿੱਧੀ ਸਾਦੀ ਆ, ਉਹ ਤਾਂ ਸਿੱਧੀ ਰਿਐਲਿਟੀ ਨੂੰ ਬਿਲੀਵ ਕਰਦੇ ਆ, ਮੌਤ ਨਾਲ ਖੇਡਦੇ ਆ। ਤੋ ਮੌਤ ਨੂੰ ਐਕਸੈਪਟ ਕਰਦੇ ਆ, ਮੌਤ ਨੂੰ ਉਹ ਰਿਜੈਕਟ ਨਹੀਂ ਕਰਦੇ। ਰਿਐਲਿਟੀ ਆ ਲਾਈਫ ਦੀ, ਗੁਰੂ ਨੇ ਇਹੀ ਦੱਸੀ ਹੈ। ਤਲਵਾਰ ਹੈ ਉਹ ਵੀ ਪ੍ਰੋਟੈਕਸ਼ਨ ਲਈ ਆ, ਢਾਲ ਵੀ ਪ੍ਰੋਟੈਕਸ਼ਨ ਦੇ ਲਈ ਆ, ਲੇਕਿਨ ਜ਼ਰੂਰਤ ਪਏ ਤਲਵਾਰ ਆ ਜਿਹੜੀ ਉਹ ਜਿਹੜਾ ਜ਼ਾਲਮ ਆ ਉਸ ਦੇ ਉੱਤੇ ਅਟੈਕ ਕਰਨ ਲਈ ਵੀ ਹੈਗੀ। ਤੋ ਦੋਨਾਂ ਚੀਜ਼ਾਂ ਦੀ ਮਿਲਾਵਟ ਕਰਕੇ ਉਸ ਕਿਸਮ ਦੀ ਐਕਸਰਸਾਈਜ਼ਸ ਕਰਾਈਆਂ ਜਾਂਦੀਆਂ, ਘੋੜਿਆਂ ਦਾ ਇਸਤੇਮਾਲ ਕੀਤਾ ਜਾਂਦਾ ਜਿਹੜਾ ਕਿ ਉਸ ਵੇਲੇ ਬੜੀ ਇੰਪੋਰਟੈਂਟ ਇੰਸਟਰੂਮੈਂਟ ਆਫ ਵਾਰਫੇਅਰ ਹੈਗਾ ਉਸ ਵੇਲੇ ਦਾ। ਸਿੱਖਾਂ ਕੋਲ ਕੋਈ ਇਸ ਕਿਸਮ ਦੇ ਸਾਧਨ ਨਹੀਂ ਸੀ, ਕੋਈ ਪੈਸਾ ਨਹੀਂ ਸੀ ਜਿਸ ਦੇ ਨਾਲ ਉਹ ਆਰਮੀ ਖੜੀ ਕਰ ਸਕਦੇ। ਉਹ ਇੱਕ ਮਤਲਬ ਉਹਨਾਂ ਦੀ ਜਿਹੜੀ ਗੁਰੀਲਾ ਵਾਰਫੇਅਰ ਸੀ ਨਾ, ਟੈਕਨੀਕ ਜਿਹੜੀ ਇੰਟਰੋਡਿਊਸ ਕੀਤੀ ਗਈ, ਉਸ ਦੀ ਸਟਰੈਂਥ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਤਾਕਤਵਰ ਜਿਹੜੇ ਉਸ ਵੇਲੇ ਦੇ ਏਸ਼ੀਆ ਦਾ ਸਭ ਤੋਂ ਵੱਡਾ ਤਾਕਤਵਰ ਜਰਨੈਲ ਮੰਨਿਆ ਜਾਂਦਾ, ਬਲਕਿ ਦੁਨੀਆ ਦਾ ਜਰਨੈਲ ਮੰਨਿਆ ਜਾਂਦਾ, ਉਸ ਨੂੰ ਢਾਟੇਰੀ ਕਰ ਦਿੱਤਾ, ਉਸ ਨੂੰ ਉਖੇੜ ਕੇ ਇੱਕ ਰਾਜ ਐਸਟੈਬਲਿਸ਼ ਕਰ ਦਿੱਤਾ। ਔਰ ਰਾਜ ਜਿਹੜਾ ਹੈਗਾ ਉਹ ਇਨਸਾਫ ਦੀਆਂ ਕਦਰਾਂ ਕੀਮਤਾਂ ਦੇ ਉੱਤੇ ਐਸਟੈਬਲਿਸ਼ ਹੋਇਆ। ਤੋ ਇਸ ਕਰਕੇ ਇਹ ਗੱਲ ਬਹੁਤ ਵੱਡੀ ਆ। ਇਹ ਗੱਲ ਇੰਨੀ ਸਿੰਪਲ ਨਹੀਂ ਵੀ ਤੁਸੀਂ ਉੱਥੇ ਕੱਪੜੇ ਪਾ ਕੇ ਚਲੇ ਗਏ, ਪਕੌੜੇ ਖਾ ਲਏ, ਇਹ ਨਹੀਂ। ਇਹਦੀ ਗੱਲ ਦੀ ਮਹਾਤਮ ਨੂੰ ਅੰਡਰਸਟੈਂਡ ਕਰਨਾ ਚਾਹੀਦਾ, ਇਸ ਦੀ ਡੈਪਥ 'ਚ ਜਾਣਾ ਚਾਹੀਦਾ, ਫਿਰ ਉਸ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਫਿਰ ਉਸ ਨੂੰ ਅੰਬਰੇਸ ਵੀ ਕਰਨਾ ਚਾਹੀਦਾ। ਪਰ ਅੱਜ ਆਪਾਂ ਦੇਖਦੇ ਹਾਂ ਕਿ ਹੋਲੇ ਮਹੱਲੇ ਦਾ ਜੇ ਆਪਾਂ ਅਰਥ ਦੇਖੀਏ ਤਾਂ ਮਹੱਲਾ ਤੋਂ ਮਸਨੂਈ ਲੜਾਈ ਕਿਹਾ ਜਾਂਦਾ ਸੀ ਕਿ ਬਣਾਵਟੀ ਲੜਾਈ। ਗੁਰੂ ਸਾਹਿਬ ਉਦੋਂ ਖੁਦ ਇਹ ਬਣਾਵਟੀ ਲੜਾਈਆਂ ਕਰਾਉਂਦੇ ਸਨ ਅਤੇ ਉਸ ਤੋਂ ਬਾਅਦ ਜੋ ਜੰਗ ਜਿੱਤਦਾ ਸੀ, ਜੋ ਧੜਾ ਜਿੱਤਦਾ ਸੀ, ਉਸ ਨੂੰ ਸਨਮਾਨਿਤ ਵੀ ਕਰਦੇ ਸਨ। ਪਰ ਅੱਜ ਜੇਕਰ ਆਪਾਂ ਦੇਖੀਏ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਵੀ ਜਦ ਹੋਲਾ ਮਹੱਲਾ ਮਨਾਇਆ ਜਾਂਦਾ ਤਾਂ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਹੋਲੀ ਦੇ ਵਿੱਚ ਵਰਤੇ ਜਾਂਦੇ ਨੇ। ਇਸ ਸੰਦਰਭ ਨੂੰ ਕਿਵੇਂ ਦੇਖਦੇ? ਨਹੀਂ, ਇਹ ਬਿਲਕੁਲ ਗਲਤ ਆ। ਇਹਦੇ ਵਿੱਚ ਕਿਸੇ ਕਿਸਮ ਦੀ ਰੰਗਾਂ ਦੀ ਜਿਹੜੀ ਟ੍ਰੈਡੀਸ਼ਨ ਆ ਉਹ ਹਿੰਦੂ ਟ੍ਰੈਡੀਸ਼ਨ ਹੈ, ਉਹ ਡਿਫਰੈਂਟ ਟ੍ਰੈਡੀਸ਼ਨ ਆ। ਸਾਡੀ ਟ੍ਰੈਡੀਸ਼ਨ ਬਿਲਕੁਲ ਡਿਫਰੈਂਟ ਹੈਗਾ। ਗੁਰੂਆਂ ਨੇ ਸਿੱਖੀਜ਼ਮ ਦਾ ਜਿਹੜਾ ਸਿੱਖੀਜ਼ਮ ਹੈ ਉਹ ਇਹੀ ਨਹੀਂ ਵੀ ਹਿੰਦੂਆਂ ਨਾਲੋਂ ਡਿਸਿਮਿਲਰ ਆ, ਬਲਕਿ ਹਿੰਦੂਆਂ ਨਾਲੋਂ ਅਪੋਜ਼ਡ ਸਿਸਟਮ ਆ।
ਜੇ ਉਹ ਮੂਰਤੀ ਪੂਜਦੇ ਆ ਅਸੀਂ ਮੂਰਤੀ ਤੋੜਦੇ ਹਾਂ। ਜੇ ਉਹ ਵਰਨ ਆਸ਼ਰਮ ਧਰਮ ਨੂੰ ਮੰਨਦੇ ਆ ਅਸੀਂ ਵਰਨ ਆਸ਼ਰਮ ਧਰਮ ਨੂੰ ਰਿਜੈਕਟ ਕਰਦੇ ਹਾਂ। ਜੋ ਇਨਇਕੁਐਲਿਟੀ ਆਫ ਵੂਮਨ ਐਂਡ ਮੈਨ ਦੀ ਗੱਲ ਕਰਦੇ ਆ ਅਸੀਂ ਇਕੁਐਲਿਟੀ ਆਫ ਵੂਮਨ ਐਂਡ ਮੈਨ ਦੀ ਗੱਲ ਕਰਦੇ ਹਾਂ। ਬਲਕਿ ਔਰਤ ਨੂੰ ਬਹੁਤ ਬੜਾ ਮਹੱਤਵ ਦਿੰਦੇ ਆ ਜਿਹੜਾ ਗੁਰੂ ਮਹਾਰਾਜ ਦੀ ਆਪਣੀ ਬਾਣੀ ਦੇ ਵਿੱਚ ਆ। ਦੇਖੋ ਗੁਰੂਆਂ ਨੇ ਤਾਂ ਡਾਇਸੈਂਟ ਦਿੱਤਾ। ਕਿਸ ਕਿਸਮ ਦਾ ਡਾਇਸੈਂਟ? ਮੁਗਲ ਜਿਹੜਾ ਸ਼ਾਸਕ ਇਤਨਾ ਤਾਕਤਵਰ ਜਿਹੜਾ ਬਾਬਰ ਸੀ, ਜਿਸ ਨੇ ਲੋਧੀ ਹਿੰਦੁਸਤਾਨ ਦੀ ਸਾਰੀ ਤਾਕਤ ਨੂੰ ਤੈਸ਼ ਨੈਸ਼ ਕਰ ਦਿੱਤਾ ਸੀ, ਮਹਾਰਾਜ ਨੇ ਉਸ ਦੇ ਉੱਤੇ ਵੀ ਕਟਾਕਸ਼ ਕਰਕੇ ਕਿਹਾ ਤੋ ਇਸ ਕਰਕੇ ਬਹੁਤ ਡਿਟੇਲ 'ਚ ਕਿਹਾ। ਉਸੇ ਦੇ ਖਿਲਾਫ ਨਹੀਂ, ਲੋਧੀਆਂ ਨੂੰ ਵੀ ਉਹਨਾਂ ਨੇ ਕਟਾਕਸ਼ ਕੀਤਾ ਵੀ ਤੁਸੀਂ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਮੰਨ ਰਹੇ, ਜ਼ਿੰਮੇਵਾਰੀ ਤੁਸੀਂ ਐਕਸੈਪਟ ਨਹੀਂ ਕਰ ਰਹੇ। ਇਸੇ ਤਰੀਕੇ ਨਾਲ ਜਿਹੜੀ ਉਸ ਵੇਲੇ ਦੀ ਬਿਊਰੋਕਰੇਸੀ ਆ, ਪ੍ਰੀਸਟਲੀ ਕਲਾਸ ਆ, ਗੁਰੂ ਦਾ ਕਿਤਨਾ ਬੜਾ ਡਾਇਸੈਂਟ ਹੈ, ਕਿਤਨਾ ਬੜਾ ਵਿਰੋਧ ਹੈ ਸਿਆਸੀ ਤਾਕਤ ਦੇ ਖਿਲਾਫ ਵੀ, ਸਮਾਜਿਕ ਤਾਕਤ ਦੇ ਖਿਲਾਫ ਵੀ, ਸਪਿਰਚੁਅਲ ਤਾਕਤ ਦੇ ਖਿਲਾਫ ਵੀ। ਜਿੱਥੇ ਵੀ ਕਿਸੇ ਕਿਸਮ ਦੀ ਇਹ ਤਾਕਤਾਂ ਨੇ ਅਨਿਆਏ ਕੀਤਾ, ਧੱਕਾ ਕੀਤਾ, ਦੁਰਵਿਹਾਰ ਕੀਤਾ, ਉਸ ਦੇ ਖਿਲਾਫ ਮਹਾਰਾਜ ਨੇ ਬਗਾਵਤ ਕੀਤੀ ਹੈ, ਡਾਇਸੈਂਟ ਦਿੱਤਾ ਉਸ ਵੇਲੇ। ਔਰ ਇਹ ਬਹੁਤ ਵੱਡੀ ਗੱਲ ਆ ਆਪਣੇ ਆਪ ਦੇ ਵਿੱਚ। ਅੱਜ ਤੁਸੀਂ ਮਾੜੀ ਜੀ ਆਵਾਜ਼ ਉਠਾਓ, ਮੋਦੀ ਸਾਹਿਬ ਤੁਹਾਨੂੰ ਅੰਦਰ ਕਰ ਦਿੰਦੇ ਆ ਮਾੜਾ ਜਿਹਾ ਤੁਸੀਂ ਡਾਇਸੈਂਟ ਦਿਓ। ਗੁਰੂ ਤਾਂ ਬਾਬਰ ਤੋਂ ਡਰਿਆ ਨਹੀਂ, ਗੁਰੂ ਤਾਂ ਬਾਬਰ ਤੋਂ ਡਰਿਆ ਨਹੀਂ, ਗੁਰੂ ਤਾਂ ਬਾਬਰ ਤੋਂ ਘਬਰਾਇਆ ਨਹੀਂ। ਗੁਰੂ ਦੀ ਸਭ ਤੋਂ ਵੱਡੀ ਵਿਚਾਰਧਾਰਾ ਸਾਡੇ ਗੁਰੂਆਂ ਦੀ ਇਹ ਆ ਵੀ ਉਸ ਦੇ ਨਾਲ ਅੱਖ ਮਿਲਾ ਕੇ ਦੇਖ, ਖੜਾ ਹੋ ਕੇ ਦੇਖ। ਗੁਰੂ ਖੜਾ ਹੋਇਆ, ਗੁਰੂ ਉਸ ਨਾਲ ਸਿੱਧੇ ਤੌਰ ਦੇ ਉੱਤੇ ਵਿਚਰ ਕੇ ਉਸਨੇ ਕਿਹਾ ਵੀ ਤੂੰ ਗਲਤ ਗੱਲ ਕਰ ਰਿਹਾ, ਤੂੰ ਜ਼ੁਲਮ ਕਰ ਰਿਹਾ, ਤੂੰ ਅਤਿਆਚਾਰ ਕਰ ਰਿਹਾ, ਤੂੰ ਗਰੀਬਾਂ ਜਿਹੜੇ ਹੈ ਰੱਬ ਨੂੰ ਵੀ ਮਿਹਣਾ ਮਾਰਿਆ। ਇਤੀ ਮਾਰ ਪਈ ਕੁਰਲਾ ਨੇ ਤੈ ਕੀ ਦਰਦਨਾਕ। ਤੋ ਜਿਹੜਾ ਗੁਰੂ ਦਾ ਰੱਬ ਵੀ ਆ ਨਾ, ਉਹ ਵੀ ਐਕਟਿਵ ਆ, ਉਹ ਇਨਵੋਲਵਡ ਆ ਸਮਾਜ ਦੇ ਵਿੱਚ। ਤੋ ਅਸੀਂ ਗੁਰੂ ਦੇ ਨੁਮਾਇੰਦੇ ਹੋ ਕੇ ਸਮਾਜ ਦੇ ਵਿੱਚ ਵਿਚਰਨਾ, ਸਮਾਜ 'ਚ ਹੋ ਰਹੇ ਅਤਿਆਚਾਰ ਦਾ ਵਿਰੋਧ ਕਰਨਾ ਹਰ ਪਹਿਲੂ ਤੋਂ। ਕਹਿੰਦੇ ਨੇ ਕੌਮ ਦੀਆਂ ਸੰਸਥਾਵਾਂ ਉਹਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਪ੍ਰਚਾਰ ਅਤੇ ਪ੍ਰਸਾਰ ਕਰਨਾ ਉਹਨਾਂ ਦਾ ਕਾਰਜ ਹੈ। ਉਹਨਾਂ ਦੇ ਹਿੱਸੇ 'ਚ ਇਹ ਜ਼ਿੰਮੇਵਾਰੀ ਆਈ ਹੈ ਕਿ ਉਹ ਕੌਮ ਨੂੰ ਉਸਦੇ ਇਤਿਹਾਸ ਨਾਲ ਜੋੜ ਕੇ ਰੱਖਣ। ਜੇਕਰ ਅੱਜ ਸਿੱਖ ਕੌਮ ਦੀਆਂ ਸੰਸਥਾਵਾਂ ਦੀ ਗੱਲ ਕਰੀਏ ਤਾਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਨਾਮ ਆਉਂਦਾ ਹੈ। ਸਿੱਖ ਸੰਸਥਾਵਾਂ, ਸਿੱਖ ਸੰਗਠਨ ਜਾਂ ਜਥੇਬੰਦੀਆਂ ਕਿਸ ਤਰ੍ਹਾਂ ਦਾ ਰੋਲ ਨਿਭਾ ਰਹੀਆਂ ਨੇ? ਰਿਸਰਚ ਕਰਕੇ ਦੁਨੀਆ ਦੇ ਸਾਹਮਣੇ ਰੱਖਣ ਵੀ ਆਹ ਸਾਡੀ ਵਿਰਾਸਤ। ਔਰ ਉਹ ਸਿਰਫ ਤੁਸੀਂ ਤੱਕ ਕਿਸ ਤਰ੍ਹਾਂ ਰੱਖ ਸਕਦੇ ਹੋ, ਪੰਜਾਬੀ ਵਿੱਚ ਵੀ ਲਿਖੋ ਪਰ ਅੰਗਰੇਜ਼ੀ ਦੇ ਵਿੱਚ ਵੀ ਮਹਾਰਤ ਕਰੋ। ਇੰਗਲਿਸ਼ ਵਰਲਡ ਲੈਂਗੁਏਜ ਹੈ, ਇੰਗਲਿਸ਼ ਤੋਂ ਬਗੈਰ ਤੁਸੀਂ ਆਪਣੀ ਗੱਲ ਦੁਨੀਆ ਨੂੰ ਸਮਝਾ ਨਹੀਂ ਸਕਦੇ, ਦੁਨੀਆ ਨੂੰ ਦੱਸ ਨਹੀਂ ਸਕਦੇ। ਤੋ ਇਸ ਕਰਕੇ ਸਿੱਖਾਂ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਆ। ਤਾਂ ਹੀ ਤੁਹਾਡੀ ਵਿਚਾਰਧਾਰਾ, ਤਾਂ ਹੀ ਤੁਹਾਡਾ ਸਿਧਾਂਤ ਗੁਰੂ ਨਾਨਕ ਦਾ। ਪਹਿਲਾਂ ਤਾਂ ਆਪ ਸਮਝੋ, ਹਲੇ ਤਾਂ ਅਸੀਂ ਆਪ ਹੀ ਨਹੀਂ ਸਮਝੇ, ਅਸੀਂ ਤਾਂ ਖੇਲ ਰਹੇ ਹਾਂ। ਤੋ ਇਸ ਕਰਕੇ ਜੇ ਫਰਜ਼ ਕਰੋ, ਤੁਸੀਂ ਸੋਚੋ ਜੇ ਗੁਰੂ ਅਲਫਾਬੈਟ ਨਾ ਦਿੰਦਾ ਤਾਂ ਸਿੱਖ ਸਿਧਾਂਤ ਨੇ ਖਤਮ ਹੋ ਜਾਣਾ ਸੀ। ਕੌਮਾਂ ਖਤਮ ਹੋਈਆਂ, ਕੌਮਾਂ ਖਤਮ ਇਸੇ ਆਧਾਰ 'ਤੇ ਹੋਈਆਂ ਕਿ ਮੁਗਲਾਂ ਨੇ ਜਦੋਂ, ਤੁਹਾਨੂੰ ਹੁਣ ਇਹਦੇ ਇਤਿਹਾਸ ਦੱਸੀਏ, ਮੁਗਲਾਂ ਨੇ ਜਦੋਂ ਆਪਣੇ ਐਕਸਪੈਂਸ਼ਨ ਕੀਤੀ ਹੈ ਨਾ, ਕਿੰਨੇ ਮੁਲਕਾਂ ਦੇ ਵਿੱਚ ਇਸਲਾਮ ਹੈਗਾ, ਤਾਂ ਉਹਨਾਂ ਨੇ ਆਪਣੀ ਸਕ੍ਰਿਪਟ ਉੱਥੇ ਇੰਟਰੋਡਿਊਸ ਕੀਤੀ, ਅਰੇਬਿਕ, ਪਰਸ਼ੀਅਨ। ਇਸੇ ਦੇਖੋ ਜਿਹੜੇ ਅੰਗਰੇਜ਼ਾਂ ਨੇ ਵੀ ਜਦੋਂ ਰਾਜ ਲਿਆ ਤਾਂ ਪਰਸ਼ੀਅਨ ਸਕ੍ਰਿਪਟ ਜਿਹੜੀ ਸੀ ਉਹ ਚੱਲਦਾ ਸੀ, ਪਰਸ਼ੀਅਨ ਲੈਂਗੁਏਜ ਜਿਹੜੀ ਚੱਲਦੀ ਸੀ। ਤੋ ਉਹਨਾਂ ਦੀ ਸਟਰੈਂਥ ਜਿਹੜੀ ਸੀ ਉਹ ਸਕ੍ਰਿਪਟ ਦੇ ਆਧਾਰ ਦੇ ਉੱਤੇ ਸੀਗੀ। ਅੱਜ ਸਿੱਖਾਂ ਨੂੰ ਇਸ ਗੱਲ 'ਤੇ ਮਾਣ ਹੋਣਾ ਚਾਹੀਦਾ, ਸਿੱਖਾਂ ਨੂੰ ਇਸ ਗੱਲ 'ਤੇ ਬਹੁਤ ਜ਼ਿਆਦਾ ਗਹਿਰਾਈ ਤੱਕ ਜਾ ਕੇ ਪ੍ਰੋਜੈਕਸ਼ਨ ਦੇਣੀ ਚਾਹੀਦੀ ਹੈ ਵੀ ਸਾਡੇ ਗੁਰੂਆਂ ਦੀ ਸਕਾਲਰਸ਼ਿਪ ਦਾ ਵੀ ਲੈਵਲ, ਮਤਲਬ ਤੁਸੀਂ ਇੰਤਹਾਈ ਕੋਈ ਨਹੀਂ, ਜਿਸ ਨੂੰ ਤੁਸੀਂ ਮੇਜਰ ਨਹੀਂ ਕਰ ਸਕਦੇ, ਤੁਸੀਂ ਲਫ਼ਜ਼ਾਂ 'ਚ ਉਸ ਨੂੰ ਬਿਆਨ ਨਹੀਂ ਕਰ ਸਕਦੇ। ਅੱਜ ਜੇ ਕਿੱਡੇ ਕਿੱਡੇ ਸਕਾਲਰ ਆ ਦੁਨੀਆ 'ਚ, ਕਿੱਡੀਆਂ ਕਿੱਡੀਆਂ ਯੂਨੀਵਰਸਿਟੀਆਂ, ਕਿੱਡੇ ਕਿੱਡੇ ਵਿਦਵਾਨ ਬੈਠੇ, ਕਿੰਨੀ ਉਹ ਵਿਚਾਰਿਆਂ ਨੇ ਮਿਹਨਤ ਕੀਤੀ ਹੈ, ਕੋਈ ਸਕ੍ਰਿਪਟ ਬਣਾ ਸਕਿਆ? ਨਹੀਂ ਬਣਾ ਸਕਿਆ। ਤੋ ਇਹ ਗੁਰੂਆਂ ਨੇ ਬਣਾ ਕੇ ਰੱਖਤੀ। ਗੁਰੂਆਂ ਨੇ ਜਿਹੜੀ ਇਹ ਬਣਾ ਕੇ ਦਿੱਤੀ ਐਡੀ ਵੱਡੀ ਦੇਣ ਆ, ਜਿਹਦਾ ਤੁਸੀਂ ਜਿੰਨਾ ਸਮਝ ਹੀ ਜਾਓਗੇ ਤੁਹਾਨੂੰ ਮਤਲਬ ਸਮਝੋਗੇ ਵੀ ਹੱਦ ਹੀ ਹੋ ਗਈ ਕਿਸੇ ਗੱਲ, ਜਿਹਦੀ ਕੋਈ ਲਿਮਿਟ ਹੀ ਨਹੀਂ। ਤੋ ਗੁਰੂਆਂ ਦੀ ਬਹੁਤ ਵੱਡੀ ਵਿਰਾਸਤ ਆ। ਉਹ ਵਿਰਾਸਤ ਨੂੰ ਪਹਿਲਾਂ ਤਾਂ ਜਿਹੜੇ ਪ੍ਰਚਾਰਕ ਆ, ਜਿਹੜੇ ਤੁਹਾਡੇ ਇੰਸਟੀਟਿਊਸ਼ਨਸ ਆ, ਜਿਹੜੇ ਉਹਨਾਂ ਇੰਸਟੀਟਿਊਸ਼ਨ ਨੂੰ ਚਲਾਉਣ ਵਾਲੇ, ਪਹਿਲਾਂ ਉਹ ਸਮਝਣ। ਫਿਰ ਉਹ ਸਮਝਣ ਤੋਂ ਬਾਅਦ ਮਤਲਬ ਆ ਅੱਗੇ ਜਾ ਕੇ ਲੋਕਾਂ ਨੂੰ ਸਮਝਾਉਣ, ਆਪਣੇ ਲੋਕਾਂ ਨੂੰ ਸਮਝਾਉਣ ਦੇ ਨਾਲ ਨਾਲ ਦੂਸਰੇ ਲੋਕਾਂ ਨੂੰ ਵੀ ਸਮਝਾਉਣ ਵੀ ਸਾਡੀ ਐਡੀ ਵੱਡੀ ਵਿਰਾਸਤ ਆ। ਮੈਂ ਹੁਣ ਤੁਹਾਨੂੰ ਦੱਸਿਆ ਕਿੰਨੀਆਂ ਜ਼ਬਾਨਾਂ ਖਾ ਗਈ ਜਿਹੜੀ ਦੇਵਨਾਗਰੀ ਸਕ੍ਰਿਪਟ ਆ, ਡੋਗਰੀ ਨੂੰ ਖਾ ਗਈ,
ਨਾਲ ਜੰਮੂ ਵਗੈਰਾ 'ਚ ਡੋਗਰੇ ਵਿੱਚ ਉਹਨਾਂ ਦੀ ਆਪਣੀ ਲੈਂਗੁਏਜ ਸੀ, ਉਹ ਲੈਂਗੁਏਜ ਥੋੜ੍ਹਾ ਰਹਿ ਗਈ, ਉਹ ਤਾਂ ਖਾਲੀ ਸਕ੍ਰਿਪਟ ਨੇ। ਇਸੇ ਤਰੀਕੇ ਨਾਲ ਮੈਥਲੀ ਆ, ਬਹੁਤ ਬੜੀ ਜ਼ਬਾਨ ਆ ਉਹਨਾਂ ਦੇ, ਦੇਖੋ ਕਿੰਨੇ ਸੰਗੀਤ ਉਹਨਾਂ ਦਾ ਆਪਣਾ, ਉਹਨਾਂ ਦੇ ਗਾਣੇ ਆਪਣੇ, ਉਹਨਾਂ ਦਾ ਸਾਰਾ ਕੁਝ ਆਪਣਾ, ਪਰ ਉਹਨਾਂ ਦੀ ਸਕ੍ਰਿਪਟ ਨਹੀਂ ਹੈ। ਸਕ੍ਰਿਪਟ ਉਹੀ ਆ ਦੇਵਨਾਗਰੀ ਸਕ੍ਰਿਪਟ। ਤੋ ਇਸ ਹਰਿਆਣਵੀ ਜ਼ਬਾਨ ਆ, ਉਹਨਾਂ ਦਾ ਆਪਣਾ ਕਲਚਰ ਆ, ਉਹਨਾਂ ਦੇ ਆਪਣੇ ਗਾਣੇ ਆ, ਦੇਖੋ ਕਿੰਨੇ ਸੋਹਣੇ ਗਾਣੇ ਉਹਨਾਂ ਦੇ ਹੈਗੇ, ਪਰ ਉਹਨਾਂ ਦਾ ਕੋਈ ਵਿਰਾਸਤ ਥੋੜ੍ਹਾ, ਉਹਨਾਂ ਦੀ ਸਟਰੈਂਥ ਨਹੀਂ ਹੈ। ਕਿਉਂ ਸਟਰੈਂਥ ਨਹੀਂ? ਕਿਉਂਕਿ ਉਹਨਾਂ ਦੀ ਸਕ੍ਰਿਪਟ ਨਹੀਂ ਹੈ। ਤੋ ਇਸ ਕਰਕੇ ਇਸੇ ਤਰ੍ਹਾਂ ਅੰਗਰੇਜ਼ਾਂ ਨੇ ਜਿਹੜੀ ਅੰਗਰੇਜ਼ੀ ਆ, ਉਹ ਜਿਹੜੀ ਉਹਨਾਂ ਦੀ ਰੋਮਨ ਸਕ੍ਰਿਪਟ ਆ, ਉਹਨੇ ਬਹੁਤ ਜ਼ਬਾਨਾਂ ਖਾ ਲਈਆਂ ਦੁਨੀਆ ਦੀ। ਸਾਡੀ ਜ਼ਬਾਨ ਖਾਈ ਨਹੀਂ ਜਾ ਸਕਦੀ ਕਿਉਂਕਿ ਸਾਡੀ ਸਕ੍ਰਿਪਟ ਗੁਰੂ ਨੇ ਬਣਾ ਦਿੱਤੀ। ਕਿੱਡੀ ਵੱਡੀ ਗੱਲ ਆ ਦੇਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ, ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੀਆਂ ਇੱਕ ਵਾਰੀ ਫਿਰ ਸਾਰੇ ਹੀ ਦਰਸ਼ਕਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਨਿਆਰੀ ਕੌਮ ਦੀ ਸਾਜਨਾ ਕੀਤੀ, ਸੰਤ ਅਤੇ ਸਿਪਾਹੀ ਦਾ ਸੁਮੇਲ ਕੀਤਾ, ਭਗਤੀ ਦੇ ਵਿੱਚ ਸ਼ਕਤੀ ਦਾ ਪ੍ਰਵੇਸ਼ ਕੀਤਾ। ਇੱਕ ਐਸੀ ਕੌਮ ਦੀ ਸਾਜਨਾ ਕੀਤੀ ਜਿਹੜੀ ਹੱਕ ਦੇ ਵਾਸਤੇ, ਇਨਸਾਫ ਦੇ ਵਾਸਤੇ ਜੂਝੇ, ਜ਼ਾਲਮ ਅਤੇ ਜ਼ੁਲਮ ਦੇ ਨਾਲ ਮੱਥਾ ਲਾਵੇ ਤੇ ਉਸ ਦਾ ਨਾਸ਼ ਕਰੇ। ਜ਼ੁਲਮ ਜਿੱਥੇ ਕਰਨਾ ਪਾਪ ਹੈ, ਜ਼ੁਲਮ ਉੱਥੇ ਸਹਿਣਾ ਵੀ ਪਾਪ ਹੈ। ਸੋ ਇਸੇ ਸੰਕਲਪ ਤੇ ਇਤਿਹਾਸ ਗਵਾਹ ਹੈ ਕਿ ਹੱਕ ਇਨਸਾਫ ਦੇ ਵਾਸਤੇ ਜੰਗਾਂ ਹੁੰਦੀਆਂ ਰਹੀਆਂ ਹਨ, ਜੁਝਾਰੂ ਜੂਝਦੇ ਰਹੇ ਹਨ, ਸ਼ਹਾਦਤਾਂ ਪ੍ਰਾਪਤ ਕਰਦੇ ਰਹੇ ਹਨ ਤੇ ਕਰ ਰਹੇ ਹਨ। ਤੇ ਇਸੇ ਹੀ ਰੂਪ ਦੇ ਵਿੱਚ ਪੰਜਾਬ ਤੋਂ ਆਵਾਜ਼ਾਂ ਉੱਠਦੀਆਂ ਰਹੀਆਂ ਹਨ। ਤੇ ਜੇ ਹੁਣ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਹਾਂ, ਇਸ ਦੇ ਵਿੱਚ ਵੀ ਪੰਜਾਬ ਮੋਹਰੀ ਹੈ ਔਰ ਸਿੱਖ ਕਿਸਾਨ ਜਿਹੜੇ ਹਨ ਉਹ ਮੋਹਰੇ ਹਨ ਔਰ ਸਾਰਾ ਦੇਸ਼ ਜਿਹੜਾ ਹੈ ਜਾਗਰੂਕ ਹੋ ਰਿਹਾ ਹੈ। ਇਸ ਸੰਘਰਸ਼ ਦੇ ਵਿੱਚ ਵੀ ਹੁਣ ਤੱਕ ਕਿੰਨੀਆਂ ਸ਼ਹੀਦੀਆਂ ਹੋ ਚੁੱਕੀਆਂ ਹਨ। ਮੌਜੂਦਾ ਹਾਲਾਤ ਕੀ ਹਨ, ਇਸੇ ਤੇ ਆਧਾਰਿਤ ਪ੍ਰੋਗਰਾਮ ਦੇ ਕੁਝ ਅਗਲੇ ਸੈਗਮੈਂਟ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। देश प्रदेश टीवी देख रहे सारे दर्शकों का ते रेड एफएम सुनने वाले सारे ਸਰੋਤਿਆਂ ਦਾ स्वागत। मैं अनुजा शर्मा ते इस वक्त देश प्रदेश टीवी ਦੀ ਟੀਮ ਜਿਹੜੀ ਹੈ ਜੀ ਪਹੁੰਚੀ ਹੋਈ ਹੈ ਸਰਹੰਦ ਦੇ ਵਿੱਚ। ਜੇਕਰ ਗੱਲਬਾਤ ਕੀਤੀ ਜਾਵੇ ਕਿਸਾਨੀ ਅੰਦੋਲਨ ਦੀ, ਇਸ ਵਕਤ ਅਸੀਂ ਖੇਤ ਵਿੱਚ ਖੜੇ ਆ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵਾਢੀ ਦਾ ਟਾਈਮ ਹੈਗਾ ਉਹਦੇ ਨਾਲ ਬਾਰਡਰਾਂ ਤੇ ਕੀ ਅਸਰ ਦੇਖਣ ਨੂੰ ਮਿਲ ਸਕਦਾ ਹੈ, ਉਹਦੇ ਬਾਰੇ ਸਾਰਿਆਂ ਬਾਰੇ ਗੱਲਬਾਤ ਕਰਾਂਗੇ। ਪਹਿਲੇ ਮੇਰੇ ਨਾਲ ਇੱਥੇ ਮੌਜੂਦ ਨੇ ਕਿਸਾਨੀ ਆਗੂ ਖੁੰਡੇ ਵਾਲੇ ਬਾਪੂ ਰੁਲਦੂ ਸਿੰਘ ਮਾਨਸਾ ਜੀ। ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ, ਬਹੁਤ ਬਹੁਤ ਸਵਾਗਤ ਮਾਨਸਾ ਸਾਹਿਬ। ਸਤਿ ਸ੍ਰੀ ਅਕਾਲ ਬੇਟੇ, ਸਤਿ ਸ੍ਰੀ ਅਕਾਲ। ਮਾਨਸਾ ਸਾਹਿਬ, ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਕਿ ਇਸ ਵਕਤ ਜਿਹੜਾ ਪ੍ਰਚਾਰ ਹੈਗਾ ਆ ਕਿਸਾਨਾਂ ਦਾ, ਇਸ ਵਕਤ ਬਹੁਤ ਸ਼ਿਖਰਾਂ ਤੇ ਚੱਲ ਰਿਹਾ ਹੈ, ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਆ, ਰੈਲੀਆਂ ਕੀਤੀਆਂ ਜਾ ਰਹੀਆਂ, ਤੁਹਾਡਾ ਅੱਜ ਜਨਤਾ ਨੂੰ ਕੀ ਮੈਸੇਜ ਰਹੇਗਾ? ਇਹਨੂੰ ਮਹਾਪੰਚਾਇਤ ਕਹਿ ਦੋ, ਇਕੱਠ ਕਹਿ ਦੋ, ਕੁਝ ਵੀ ਕਹਿ ਦੋ, ਇਹਦੇ ਨਾਲ ਲੋਕਾਂ ਦਾ ਉਤਸ਼ਾਹ ਵੱਧਦਾ। ਲੋਕਾਂ ਨੂੰ ਜਿਹੜੀ ਗੱਲ ਉੱਥੇ ਨਹੀਂ ਜਾ ਸਕਦਾ ਬੰਦਾ, ਉਹਨੂੰ ਸਾਰੀ ਗੱਲ ਦਾ ਅੰਦੋਲਨ ਬਾਰੇ ਹੁਣ ਸਾਰੇ ਅੰਦੋਲਨ ਦੀ ਗੱਲ ਸਮਝਾ ਕੇ ਜਾਵਾਂਗੇ। ਲੋਕਾਂ 'ਚ ਉਤਸ਼ਾਹ ਹੈ, ਕੋਈ ਉੱਥੇ ਇਕੱਠ ਨਹੀਂ ਘਟਿਆ, ਸਗੋਂ ਇੱਥੋਂ ਤੱਕ ਹੈ ਵੀ ਝੁੰਬੇ ਹੋਰ ਪਾ ਲਈ। ਮੇਰੇ ਕੋਲ ਆਪਦੇ ਦੋ ਝੁੰਮੀਆਂ ਜਾਂਦੀਆਂ, ਅੱਜ ਮੇਰੇ ਉੱਥੇ ਸਾਥੀ ਪਾਈ ਜਾਂਦੇ ਨੇ ਵਧੀਆ ਬੈਠਣ ਵਾਸਤੇ, ਜਿਹੜੀ ਘੱਟੋ ਘੱਟ 20-25 ਬੰਦੇ ਦੀ ਮੀਟਿੰਗ ਕਰ ਲਈਏ। ਕੋਈ ਮੀਟਿੰਗ ਵੀ ਕਰਨੀ ਆਪਣੀ ਆਪਦੀ ਜਥੇਬੰਦੀਆਂ, ਬਹੁਤ ਵਧੀਆ ਅੰਦੋਲਨ ਚੱਲਦਾ ਹੈ। ਅੰਦੋਲਨ ਦੀਆਂ ਧੁੰਮਾਂ ਇਕੱਲੇ ਪੰਜਾਬ 'ਚ ਨਹੀਂ, ਇਕੱਲੇ ਭਾਰਤ 'ਚ ਨਹੀਂ, ਸਾਰੀ ਦੁਨੀਆ 'ਚ ਇਹਦੀਆਂ ਧੁੰਮਾਂ ਪੈ ਗਈਆਂ। ਲੋਕਾਂ ਦੀ ਨਿਗਾਹ ਲੱਗੀ ਹੈ ਭਾਰਤ ਦੇ ਕਿਸਾਨ ਕਿੱਦੇ ਅੰਦੋਲਨ ਜਿੱਤਦੇ ਨੇ, ਭਾਰਤ ਦੇ ਲੋਕ ਕਿੱਦੇ ਅੰਦੋਲਨ ਜਿੱਤਦੇ ਨੇ। ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ, ਸਾਰੇ 99% ਲੋਕਾਂ ਦਾ ਅੰਦੋਲਨ ਹੈ। ਇਹ ਲਾਜ਼ਮੀ ਅਸੀਂ ਜਿੱਤਾਂਗੇ। ਜਿਹੜੀ ਕਿਸਾਨਾਂ ਦੇ ਲੀਡਰਾਂ ਵੱਲੋਂ ਵੈਸਟ ਬੰਗਾਲ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਕਿ ਬੀਜੇਪੀ ਸਰਕਾਰ ਨੂੰ ਵੋਟ ਨਾ ਪਾਈ ਜਾਵੇ, ਹੋਰ ਜਿਹੜੀ ਮਰਜ਼ੀ ਸਰਕਾਰ ਨੂੰ ਵੋਟ ਪਾਈ ਜਾਵੇ, ਤੁਹਾਨੂੰ ਕਿੰਨਾ ਕੁ ਲੱਗ ਰਿਹਾ ਇਹਦਾ ਕਲਕੱਤਾ ਦੇ ਵੈਸਟ ਬੰਗਾਲ ਦੇ ਲੋਕਾਂ ਦਾ ਹੁਲਾਰਾ ਇਹਦੇ ਵਿੱਚ ਮਿਲ ਰਿਹਾ ਹੈ? ਉੱਥੇ ਬਿਲਕੁਲ ਅਸੀਂ ਸਿਆਸੀ ਹਮਲਾ ਕਰੇਗਾ ਤੇ ਉਹ ਤੇ ਅਸਰ ਪਊਗਾ। ਹੁਣ ਜਿੱਥੇ ਨਹੀਂ ਤਾਂ ਸਰਕਾਰਾਂ ਹੈ, ਉੱਥੇ ਇਹਨਾਂ ਦਾ ਮੰਤਰੀ ਨਹੀਂ ਕੋਈ। ਹਰਿਆਣੇ ਜਾ ਕੇ ਦਿਖਾਉਣ ਜੇ ਕਰਨਾ ਹੈ। ਪੰਜਾਬ 'ਚ ਤਾਂ ਚੱਲ ਸਰਕਾਰ ਦੂਜੀ ਹੈ ਤਾਂ ਵੀ ਇਹਨਾਂ ਨੂੰ ਕੋਈ ਨਹੀਂ ਬਣਨ ਦਿੰਦਾ। ਯੂਪੀ 'ਚ ਇਹਨਾਂ ਦੇ ਲੋਕ ਮਗਰ ਪੈਣ ਲੱਗ ਗਏ। ਜਿਹੜਾ ਅੰਦੋਲਨ ਲੰਮਾ ਚੱਲ ਗਿਆ ਨਾ 4 ਮਹੀਨੇ, ਹਰ ਇੱਕ ਦੇ ਦਿਮਾਗ 'ਚੋਂ ਗੱਲ ਜੱਚ ਗਈ। ਦਿਨ ਰਾਤ ਦੇ ਨਾਲ ਸਾਡੀ ਲੀਡਰਸ਼ਿਪ ਬੈਠੀ ਹੈ, ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਇਮਾਨਦਾਰੀ ਨੇ ਕਰਾਂਗੇ, ਅੰਦੋਲਨ ਜਮਾ ਆਖਰੀ ਦਮ ਤੱਕ ਲੜਾਂਗੇ। ਤੇ ਉੱਥੇ ਹੀ ਇੱਕ ਬਹੁਤ ਵੱਡਾ ਬਿਆਨ ਹਰਜੀਤ ਗਰੇਵਾਲ ਨੇ ਇਹ ਵੀ ਦਿੱਤਾ ਆ ਕਿ ਜਿਹੜੇ ਕਾਮਰੇਡ ਨੇ ਉਹਨਾਂ ਨੂੰ ਜਿਸ ਵੇਲੇ ਕਿਸਾਨੀ ਅੰਦੋਲਨ ਖਤਮ ਹੋ ਜਾਊਗਾ, ਤੁਹਾਡਾ ਬਕਾਇਦਾ ਨਾਮ ਲਿਆ ਉਹਨਾਂ ਨੇ ਰੁਲਦੂ ਸਿੰਘ ਮਾਨਸਾ ਦਾ, ਕਿ ਇਹ ਸਾਰੇ ਭੱਜਣਗੇ ਤੇ ਲੋਕ ਇਹਨਾਂ ਨੂੰ ਲੱਭਣਗੇ। ਅਸੀਂ ਸਮਾਜਵਾਦ ਵਿਚਾਰ ਵਾਲੇ ਬੰਦੇ ਆ, ਸਾਨੂੰ ਕਾਮਰੇਡ ਕਹਿ ਦਿਓ, ਸਾਨੂੰ ਖਾਲਸੇ ਕਹਿ ਦਿਓ, ਸਾਨੂੰ ਸਿੱਖ ਕਹਿ ਦਿਓ, ਸਾਨੂੰ ਨਕਸਲਾਈਟ ਕਹਿ ਦਿਓ, ਸਾਨੂੰ ਮਾਓਵਾਦੀ ਕਹਿ ਦਿਓ, ਕੁਛ ਕਹੋ, ਪਰ ਸਾਡੇ ਵਿਚਾਰ ਸਮਾਜਵਾਦ ਨੇ।
ਜੇ ਸਾਡੇ ਸਮਾਜਵਾਦ ਵਿਚਾਰਾਂ ਨਾਲ ਨਹੀਂ ਗਰੇਵਾਲ ਨੇ ਉਹਦੀ ਸਰਕਾਰ ਨੇ ਗੱਲ ਕਰਨੀ ਤਾਂ ਰਾਜੇ ਵਾਲੇ ਤਾਂ ਕੋਈ ਦੂਜੇ ਵਿਚਾਰ ਨੇ ਨਹੀਂ, ਸਾਡੇ ਨਾਲ ਵਿਚਾਰਾਂ ਨਹੀਂ ਰੱਖਦੇ ਹੋਣਗੇ। ਜਿਹੜੇ ਉਹਨੂੰ ਐਂ ਲੱਗਦਾ ਵੀ ਆਹ ਲੀਡਰਾਂ ਦੇ ਉਹ ਵਿਚਾਰ ਨਹੀਂ ਹੈਗੇ, ਉਹਨਾਂ ਨਾਲ ਬਹਿ ਕੇ ਗੱਲ ਕਰ ਲਈ, ਮੰਗਾ ਮੰਨ ਜੇ। ਮੈਂ ਤਾਂ ਕੀ ਕਹਿਣਾ, ਅਸੀਂ ਕੀ ਜਾ ਕੇ ਉਹਨੂੰ ਪ੍ਰਧਾਨ ਮੰਤਰੀ ਨਾਲ ਜਾ ਕੇ ਨੇੜੇ ਬੈਠਣਾ, ਸਾਨੂੰ ਤਾਂ ਸੱਦੇ ਹੀ ਨਾ, ਪ੍ਰੈਸ ਕਾਨਫਰੰਸ ਸੱਦੇ, ਪ੍ਰੈਸ ਕਾਨਫਰੰਸ ਸੱਦ ਕੇ ਸਾਡੀਆਂ ਮੰਗਾਂ ਦਾ ਐਲਾਨ ਕਰੇ, ਅਸੀਂ ਆਪਦੇ ਘਰ ਨੂੰ ਆ ਜਾਾਂਗੇ। ਕੀ ਲੱਗਦਾ ਹੈ ਮਾਨਸਾ ਜੀ ਕਿ ਇਹ ਅੰਦੋਲਨ ਕਿੰਨੇ ਚਿਰ ਤੱਕ ਚੱਲੇਗਾ ਤੇ ਅਗਰ ਇਸ ਤੋਂ ਬਾਅਦ ਤੁਹਾਡਾ ਕੀ ਅੱਗੇ ਦਾ ਕੀ ਪ੍ਰੋਸੈਸ ਰਹੇਗਾ? ਮੇਰਾ ਖਿਆਲ ਹੈ ਵੀ ਕਣਕ ਵੱਢੀ ਜਾਊਗੀ, ਪੌਦ ਲਾ ਦਾਂਗੇ, ਨਰਮਾ ਬੀਜ ਦਾਂਗੇ। ਸਾਡੇ ਕੋਲੇ ਪੌਣੇ 2 ਮਹੀਨੇ ਫਿਰ ਸਰਕਾਰ ਨਾਲ 2 ਹੱਥ ਦੇਖਣ ਤੇ ਹੈ। ਮੈਂ 3 ਫੈਸਲਿਆਂ ਚੋਂ ਇੱਕ ਫੈਸਲਾ ਸਮਝਦਾ, ਜਮਾ ਮੀਡੀਆ ਨੂੰ ਕਹਿ ਕੇ ਜਾਂਦਾ, ਜਾਂ ਤਾਂ ਸਰਕਾਰ ਨਾਲ ਅਸੀਂ ਨਾ ਬਲਦ ਲਹਿਰ ਚਲਾਵਾਂਗੇ, ਨਾ ਕੋਈ ਟੈਕਸ ਭਰਾਂਗੇ, ਨਾ ਬਿਜਲੀ ਦੇ ਬਿੱਲ ਭਰਾਂਗੇ, ਕੁਛ ਨਹੀਂ ਭਰਾਂਗੇ, ਲੜਾਂਗੇ ਪਿੰਡਾਂ 'ਚ ਖੜ ਕੇ। ਉੱਥੇ ਤਾਂ ਚੱਲੇ ਅੰਦੋਲਨ ਸ਼ਾਂਤਮਈ, ਅੰਦੋਲਨ ਉਸ ਤਰੀਕੇ ਨਾਲ ਵਾਪਸ ਆ ਜਾਂਦਾ ਕਿਸੇ ਢੰਗ ਨਾਲ, ਫਿਰ ਪਿੰਡਾਂ 'ਚ ਨਹੀਂ ਉਹਨੂੰ ਬਣਨ ਦਿੰਦੇ। ਸਵਾਲ ਨਹੀਂ ਪੈਦਾ ਕਿਸੇ ਰਾਜਨੀਤਿਕ ਪਾਰਟੀ ਨੂੰ, ਡਾਨੀ ਬਾਨੀ ਤਾਂ ਸਾਫ਼ ਹੀ ਕਰ ਦਾਂਗੇ ਇੱਥੋਂ। ਕਿਤੇ ਰੂਬਲਜ ਹੈ, ਹੋਰ ਹੈ, ਕਿੰਨਾ ਘਾਟਾ ਪੈ ਰਿਹਾ ਜੀ, ਉਹਨਾਂ ਨੂੰ ਕਰੋੜਾਂ 'ਚ ਘਾਟਾ ਪੈ ਰਿਹਾ। ਜੇ ਆਪਾਂ ਗੱਲ ਕਰੀਏ 1000 ਕਰੋੜ ਰੁਪਏ ਦਾ ਘਾਟਾ ਪੈ ਗਿਆ ਟੂਬਲਜ ਦੇ ਵਿੱਚ, ਤੇ ਜਿੱਦੇ ਬਿਜਲੀ ਦੇ ਬਿੱਲ ਬੰਦ ਕਰਤੇ ਹੈਗੇ ਨੇ ਕਿਸੇ ਜੇਬ 'ਚ ਭਰਨ ਨੂੰ, ਫਿਰ ਦੇਖੀ ਕੈਪਟਨ ਨਾਲ ਕੀ ਬਣਦੀ, ਨਾ ਕਨੈਕਸ਼ਨ ਕੱਟਣ ਦੇਵਾਂਗੇ। ਕੀ ਕਰਨਗੇ ਜੇ ਸਾਡੇ ਕਨੈਕਸ਼ਨ ਕੱਟਣਗੇ, ਫਿਰ ਅਸੀਂ ਇਹਦਾ ਕੋਲਾ ਬੰਦ ਕਰਾਂਗੇ, ਫਿਰ ਸਾਡੀ ਬਿਜਲੀ ਬੰਦ ਕਰ ਦਾਂਗੇ। ਜੇ ਅਸੀਂ ਗਰਮੀ 'ਚ ਰਹਾਂਗੇ, ਇਹ ਮੌਜ ਨਾਲ ਕਿਵੇਂ ਬਹਿ ਜਾਣਗੇ? ਜੇ ਆਪਦੀ ਇਹ ਬਿਜਲੀ ਚਲਾਉਣਗੇ ਤਾਂ ਸਾਡੀ ਬਰਾਬਰ ਚੱਲੂ ਲੋਕਾਂ ਦੀ। ਸਾਡੀ ਲੜਾਈ 1% ਤੇ 99% ਦੀ, 99% ਲੋਕ ਅਸੀਂ ਇਕੱਠੇ ਆ, 1% ਹੈ ਇਹਨਾਂ ਦੇ। ਅਸੀਂ ਲਵੇ ਦੀ ਨਾਗੇ, ਸਾਡੀ ਧੂੜਾਂ ਨਹੀਂ ਮਰ ਜਾਣਗੇ। ਜਿਸ ਤਰੀਕੇ ਨਾਲ ਕਿਸਾਨਾਂ ਦੀਆਂ ਰੈਲੀਆਂ ਚੱਲ ਰਹੀਆਂ ਨੇ, ਮਹਾਪੰਚਾਇਤਾਂ ਚੱਲ ਰਹੀਆਂ ਨੇ, ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਬਹੁਤ ਚੰਗਾ ਹੁਲਾਰਾ ਦੇਖਣ ਨੂੰ ਵੀ ਮਿਲ ਰਿਹਾ ਹੈ। ਇਸ ਵਕਤ ਸਾਡੇ ਨਾਲ ਇੱਥੇ ਮੌਜੂਦ ਨੇ ਗੁਰਨਾਮ ਸਿੰਘ ਚੰਡੂਨੀ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਜਾਣਾਂਗੇ ਵਿਸਤਾਰ ਵਿੱਚ ਸਭ ਚੀਜ਼ਾਂ ਬਾਰੇ। ਪਹਿਲਾਂ ਕਰਦੇ ਉਹਨਾਂ ਸਵਾਗਤ, ਬਹੁਤ ਬਹੁਤ ਸਵਾਗਤ ਚੰਡੂਨੀ ਜੀ। ਜੀ ਧੰਨਵਾਦ। ਜਿਸ ਤਰੀਕੇ ਨਾਲ ਲੋਕਾਂ ਨੂੰ ਲੱਗ ਰਿਹਾ ਸੀਗਾ ਕਿ ਕਿਸਾਨੀ ਅੰਦੋਲਨ 'ਚ ਠੰਡਾ ਪੈਣਾ ਸ਼ੁਰੂ ਹੋ ਗਿਆ ਆ, ਬਾਰਡਰਾਂ ਤੋਂ ਲੋਕ ਜਾਣੇ ਸ਼ੁਰੂ ਹੋ ਗਏ ਨੇ, ਤੁਸੀਂ ਇਹਦਾ ਕੀ ਸੰਦੇਸ਼ ਦੇ ਰਹੇ ਹੋ ਲੋਕਾਂ ਨੂੰ? ਨਹੀਂ, ਲੋਕਾਂ 'ਚ ਉਤਸ਼ਾਹ ਸਗੋਂ ਵੱਧ ਰਿਹਾ ਹੈ। ਇੱਥੇ ਤੁਸੀਂ ਪੰਜਾਬ ਦੀ ਰੈਲੀਆਂ ਦੇਖ ਰਹੇ ਹੋ, ਬਾਕੀ ਸਟੇਟਾਂ ਦੇ ਵਿੱਚ ਅਸੀਂ ਜਾ ਰਹੇ ਹਾਂ, ਬਾਕੀ ਸਟੇਟਾਂ ਦੇ ਵਿੱਚ ਤੁਸੀਂ ਰੈਲੀਆਂ ਦੇਖ ਰਹੇ ਹੋ। ਬੜੀ ਭੀੜ, ਜਿੰਨੀ ਆਪਾਂ ਉਮੀਦ ਨਹੀਂ ਕਰ ਸਕਦੇ ਉਦੋਂ ਜ਼ਿਆਦਾ ਭੀੜ ਹੋ ਰਹੀ ਹੈ, ਤੇ ਇਹ ਉਤਸ਼ਾਹ ਵੱਧ ਰਿਹਾ ਹੈ। ਤੇ ਅੰਦੋਲਨ ਜਿੱਥੇ ਪਹਿਲਾਂ ਥੋੜੇ ਇਲਾਕੇ ਦੇ ਵਿੱਚ ਸੀ, ਅੱਜ ਪੂਰੇ ਦੇਸ਼ ਦੇ ਵਿੱਚ ਫੈਲ ਗਿਆ ਹੈ। ਤੇ ਜਿਸ ਤਰੀਕੇ ਨਾਲ ਹੁਣ ਵਾਢੀ ਦਾ ਸਮਾਂ, ਤੁਸੀਂ ਲੋਕਾਂ ਨੂੰ ਕਿਸ ਤਰੀਕੇ ਨਾਲ ਕਹਿ ਰਹੇ ਹੋ ਕਿ ਕਿਸ ਤਰੀਕੇ ਨਾਲ ਲੋਕ ਇੱਕ ਦੂਸਰੇ ਦੀ ਸਹਾਇਤਾ ਕਰਨ, ਦੂਸਰੇ ਦਾ ਕੰਮ ਵੀ ਖੁਦ ਕਰਕੇ ਆਣ, ਕੀ ਸੰਦੇਸ਼ ਦੇ ਰਹੇ ਹੋ ਤੁਸੀਂ? ਅਸੀਂ ਕਹਿ ਰਹੇ ਹਾਂ ਵੀ ਇੱਕ ਤੇ ਰੋਟੇਸ਼ਨ ਬਣਾਓ, ਬਈ ਇੱਕ ਪਿੰਡ 'ਚ ਫਰਜ਼ ਕਰੋ 20 ਬੰਦੇ 50 ਬੰਦੇ ਉੱਥੇ ਜਾਣਾ ਹੈ, ਉਹ ਉੱਥੇ ਹਫ਼ਤਾ ਲਾਉਣਗੇ, ਅਗਲੇ 50 ਟੁਰ ਜਾਣਗੇ, ਪਿਛਲੇ 50 ਆ ਜਾਣਗੇ। ਤੇ ਜਿਹੜਾ ਉੱਥੇ ਬਹਿੰਦੇ ਨੇ ਉਹਨਾਂ ਦਾ ਜੇ ਕੋਈ ਫਸਲ ਦਾ ਕੰਮ ਖਰਾਬ ਹੁੰਦਾ ਹੈ, ਪਿੰਡ 'ਚ ਸੁਸਾਇਟੀ ਬਣਾਓ, ਕਮੇਟੀ ਬਣਾਓ, ਤੇ ਉਹਨਾਂ ਦੇ ਜ਼ਿੰਮੇ ਲਾਓ ਵੀ ਪਿੰਡ ਦਾ ਕਿਸੇ ਦਾ ਵੀ ਜਿਹੜਾ ਕੰਮ ਖਰਾਬ ਹੋਏਗਾ, ਜਿਹੜਾ ਅੰਦੋਲਨ ਜਾ ਰਿਹਾ ਹੈ, ਉਹਦਾ ਇਹ ਲੋਕ ਕੰਮ ਕਰਨਗੇ। ਸਾਰੇ ਮਿਲ ਕੇ, ਸਾਰਾ ਪਿੰਡ ਮਿਲ ਕੇ ਕੰਮ ਕਰੇ, ਕੋਆਪਰੇਟਿਵ ਤਰੀਕੇ ਨਾਲ ਕਰੇ, ਇੱਕ ਦੂਜੇ ਦਾ ਕੰਮ ਸੰਭਾਲੇ, ਤੇ ਆਪਾਂ ਸੰਭਾਲਾਂਗੇ, ਕੋਈ ਦਿੱਕਤ ਹੈ ਹੀ ਨਹੀਂ। ਤੇ ਉਸੇ ਤਰੀਕੇ ਨਾਲ ਹੁਣੇ ਵੈਸਟ ਬੰਗਾਲ ਦੇ ਵਿੱਚ ਵੀ ਜਿਹੜੀਆਂ ਪ੍ਰਚਾਰ ਕਰਕੇ ਆਇਆ ਗਿਆ, ਬੀਜੇਪੀ ਦੇ ਖਿਲਾਫ ਵੋਟ ਪਾਉਣ ਨੂੰ ਕਿਹਾ ਗਿਆ ਆ, ਕਿੰਨਾ ਕੁ ਲੋਕਾਂ ਦਾ ਹੁਲਾਰਾ ਉੱਥੇ ਤੁਹਾਨੂੰ ਦੇਖਣ ਨੂੰ ਮਿਲਿਆ, ਜਾਂ ਤੁਹਾਨੂੰ ਲੱਗ ਰਿਹਾ ਹੈ ਕਿ ਜਿਸ ਤਰੀਕੇ ਨਾਲ ਪ੍ਰਚਾਰ ਕਿਸਾਨੀ ਲੀਡਰਾਂ ਵੱਲੋਂ ਕੀਤਾ ਗਿਆ ਉਹਦਾ ਅਸਰ ਚੋਣਾਂ ਵਿੱਚ ਦਿਖੇਗਾ? ਦੇਖੋ, ਬੰਗਾਲ ਦੇ ਲੋਕ ਬੜੇ ਸਮਝਦਾਰ ਲੋਕ ਨੇ, ਥੋੜੀ ਗੱਲ ਕਹਿਣ ਨੂੰ ਵੀ ਉਹ ਜ਼ਿਆਦਾ ਸਮਝਦੇ ਨੇ, ਤੇ ਅਸੀਂ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਇੱਕ ਤੇ ਅੰਦੋਲਨ 'ਚ ਜੁੜਨ ਵਾਸਤੇ, ਤੇ ਦੂਸਰਾ ਐਕਸ਼ਨ ਹੈ ਬਈ ਉੱਥੇ ਬੀਜੇਪੀ ਨੂੰ ਹਰਾਓ। ਜਿਹੜਾ ਕੈਂਡੀਡੇਟ ਬੀਜੇਪੀ ਨੂੰ ਹਰਾ ਸਕਦਾ ਹੈ ਉਸ ਨੂੰ ਵੋਟ ਪਾਓ। ਤੇ ਇਹ ਮਤਲਬ ਨਹੀਂ ਭਾਵੇਂ ਉਹ ਆਜ਼ਾਦ ਹੈ, ਭਾਵੇਂ ਕਿਸੇ ਪਾਰਟੀ ਦਾ ਹੈ। ਤੇ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰ ਰਹੇ ਹਾਂ ਵੀ ਜਿਹੜੀ ਪਾਰਟੀ ਨੂੰ ਇਹ ਪਤਾ ਵੀ ਇੱਥੇ ਸਾਡਾ ਕੈਂਡੀਡੇਟ ਹਾਰੇਗਾ ਹੀ, ਉਹਨੂੰ ਹਾਰਨ ਦੇ ਵਿੱਚ ਉਹਦੀ ਵੋਟ ਦਾ ਸਦਉਪਯੋਗ ਕਰੋ। ਉਹ ਵੋਟ ਤੁਸੀਂ ਬਦਲਵਾ ਦਿਓ ਜਿੱਤਣ ਵਾਲੇ ਨੂੰ, ਜਿਹੜਾ ਬੀਜੇਪੀ ਦੇ ਮੁਕਾਬਲੇ ਜਿੱਤ ਰਿਹਾ ਹੈ। ਬੀਜੇਪੀ ਨੂੰ ਜ਼ਰੂਰ ਹਰਾਓ, ਇਹਦਾ ਰਗੜਾ ਜ਼ਰੂਰ ਲਾ ਦਿਓ। ਇੱਕ ਹੋਰ ਬਹੁਤ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਸ ਤਰੀਕੇ ਨਾਲ ਇੱਕ ਨਿਊਜ਼ ਵੀ ਆਈ ਸੀਗੀ ਕਿ ਜਿਹੜੇ ਟੋਲ ਪਲਾਜ਼ਾ ਹੈਗੇ ਆ ਉੱਥੇ, ਇੱਕ ਜਿਹੜੇ ਪੰਜਾਬ ਵੱਲੋਂ ਦੇਖਿਆ ਜਾਵੇ ਉੱਥੇ 500 ਕਰੋੜ ਦਾ ਨੁਕਸਾਨ ਹੋ ਗਿਆ ਆ, ਤੇ ਹਰਿਆਣਾ ਵਾਲੇ ਪਾਸੇ 326 ਕਰੋੜ ਦਾ ਨੁਕਸਾਨ ਹੋ ਗਿਆ ਆ। ਤੇ ਇਸ ਉੱਤੇ ਵੀ ਲੋਕਾਂ ਦੇ ਬਹੁਤ ਰਿਐਕਸ਼ਨ ਆ ਰਹੇ ਨੇ, ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਮੈਂ ਇਹ ਕਹਿੰਦਾ ਕਿ ਕੋਈ ਨੁਕਸਾਨ ਨਹੀਂ ਹੋਇਆ, ਇਹ ਡਾਕਾ ਸੀ, ਉਹ ਡਾਕਾ ਰੁਕ ਗਿਆ। ਨੁਕਸਾਨ ਕਿੱਥੇ ਕਿਹਾ? ਕੋਈ ਪਾਕਿਸਤਾਨ ਖੋ ਕੇ ਲੈ ਗਿਆ ਸਾਡਾ ਪੈਸਾ? ਕਿੱਥੇ ਨੁਕਸਾਨ ਹੋ ਗਿਆ ਸਾਡੇ ਦੇਸ਼ ਦਾ? ਸਾਡੇ ਦੇਸ਼ ਦਾ ਫਾਇਦਾ ਹੋ ਗਿਆ। ਜਿਹੜਾ ਉੱਥੇ 15 ਮਿੰਟ ਰੁਕੇ ਕੁਰ ਕਰਦੇ ਰਹਿੰਦੀ ਸੀ ਨਾ ਗੱਡੀ, ਉਹ ਨਿਕਲ ਜਾਂਦੀ ਹੈ। ਇਹ ਟੈਕਸ ਹੋਣਾ ਹੀ ਨਹੀਂ ਚਾਹੀਦਾ। ਅਸੀਂ 3 ਵਾਰੀ ਰੋਡ ਟੈਕਸ ਦੇ ਰਹੇ ਹਾਂ। ਪਹਿਲੇ ਵਾਰੀ ਜਦੋਂ ਗੱਡੀ ਪਾਸ ਕਰਾਈ ਹੈ ਉਦੋਂ ਰੋਡ ਟੈਕਸ ਦਿੱਤਾ, ਦੂਜੇ ਵਾਰੀ ਅਸੀਂ ਡੀਜ਼ਲ ਖਰੀਦਿਆ, ਘੱਟ ਤੋਂ ਘੱਟ 10 ਰੁਪਏ ਡੀਜ਼ਲ 'ਤੇ ਇਸ ਟਾਈਮ ਟੈਕਸ ਹੈ, ਇਹ ਤੋਂ ਵੱਧ ਨਹੀਂ ਹੋਣਾ, ਘੱਟ ਨਹੀਂ ਹੈ। ਤੇ ਇਹਨਾਂ ਰੋਡ ਟੈਕਸ ਉਦੋਂ ਦਿੱਤਾ, ਫਿਰ ਅੱਗੇ ਟੋਲ ਟੈਕਸ ਫਿਰ ਦਿਓ। ਕੀ ਮਤਲਬ ਹੋਇਆ?
ਦੇਖੋ ਸਰਕਾਰ ਨੂੰ ਰਾਹ ਨਹੀਂ ਥਿਆ ਰਿਹਾ ਇਹ ਅਸਲੀ ਗੱਲ ਤੁਸੀਂ ਪੁੱਛੋ ਨਾ ਸਰਕਾਰ ਦੇ ਮੰਤਰੀਆਂ ਨੂੰ ਰਾਹ ਥਿਆ ਰਿਹਾ ਨਾ ਉਹਦੇ ਸੈਕਟਰੀਆਂ ਨੂੰ ਰਾਹ ਥਿਆ ਰਿਹਾ ਨਾ ਖੁਦ ਮਤਲਬ ਮੋਦੀ ਨੂੰ ਤੇ ਸ਼ਾਹ ਨੂੰ ਰਾਹ ਥਿਆ ਰਿਹਾ ਉਹ ਫਸ ਕੇ ਵੀ ਕਰੀਏ ਕਿ ਇਹਦਾ ਹੱਲ ਕੀ ਕੱਢੀਏ ਉਹਨਾਂ ਨੇ ਵੱਡੇ ਵੱਡੇ ਇੱਥੇ ਦੇ ਕਾਨੂੰਨ ਲਾਗੂ ਕਰੇ ਉਹਨਾਂ ਮੂਹਰੇ ਕੋਈ ਬੋਲਿਆ ਨਹੀਂ ਜੀ ਉਹਨਾਂ ਨੇ 370 ਤੋੜੀ ਉਹਨਾਂ ਨੇ ਮਤਲਬ ਬੁਰਕੇ ਵਾਲਾ ਕਾਨੂੰਨ ਬਣਾਇਆ ਉਹਨਾਂ ਨੇ ਇੱਕ ਧਰਮ ਸਥਾਨ ਢਾਹ ਕੇ ਦੂਜਾ ਧਰਮ ਸਥਾਨ ਬਣਾਇਆ ਉਹਨਾਂ ਨੇ ਨੋਟਬੰਦੀ ਕਰੀ ਉਹਨਾਂ ਨੇ ਵਪਾਰੀਆਂ ਤੇ ਐਸਡੀ ਲਾਈ ਕੋਈ ਨਾ ਬੋਲਿਆ ਉਹਨਾਂ ਨੇ ਮਜ਼ਦੂਰਾਂ ਦੀ 8 ਘੰਟੇ ਵਾਲੀ ਦਿਹਾੜੀ ਉਹਨੂੰ 12 ਘੰਟੇ ਕੀਤਾ ਜਿਹੜੀ ਅਸੀਂ 18 ਘੰਟੇ ਤੋਂ 8 ਘੰਟਿਆਂ ਦੀ ਦਿਹਾੜੀ ਵੱਡੀ ਕਰਵਾਉਂਦੇ ਕੋਈ ਨਾ ਕੁਛ ਕਿਹਾ ਪਰ ਉਹਨਾਂ ਨੇ ਕਿਸਾਨ ਦੀ ਪੱਗ ਨੂੰ ਹੱਥ ਪਾ ਲਿਆ ਉਹਦੀ ਜਿੱਕੇ ਦੀ ਇੱਜ਼ਤ ਨੂੰ ਹੱਥ ਪਾ ਲਿਆ ਫਿਰ ਮਰਨ ਮਾਰਤੇ ਲੋਕ ਉਤਰੇ ਨੇ ਮੇਰਾ ਖਿਆਲ ਹੈ ਜ਼ਮੀਨ ਦੇ ਨਾਲ 99% ਲੋਕ ਜੁੜੇ ਹੋਏ ਨੇ ਤੇ ਸਾਰੇ ਲੋਕ ਸੜਕਾਂ ਦੇ ਹੁਣ ਉਹਨਾਂ ਨੂੰ ਐਂ ਨਹੀਂ ਪਤਾ ਵੀ ਆਹ ਵੀ ਕਿਤੇ ਬਣ ਜੂਗਾ ਇਹ ਜੇ ਅੰਦੋਲਨ ਛਿੜ ਜੂਗਾ ਵੀ ਜਿਹੜੇ ਮਤਲਬ ਪਿੱਛੇ ਨਹੀਂ ਹਟਣਗੇ ਉਹਦੀ ਫਸਿਆ ਹੋਇਆ ਮੈਂ ਤੁਹਾਨੂੰ ਕਾਸੀ ਵਾਲੀ ਗੱਲ ਦੱਸਾਂ ਮੇਰਾ ਜਿਵੇਂ ਤੁਸੀਂ ਮੇਰੇ ਇੰਟਰਵਿਊ ਲੈਣੇ ਕੋਈ ਮੈਨੂੰ ਬਹਾ ਲਿਆ ਪ੍ਰਧਾਨ ਉਹਨਾਂ ਨੇ ਮੇਰੇ ਨਾਲ ਬਹਾ ਲਿਆ ਕੋਈ ਭਾਰਤੀ ਜਨਤਾ ਪਾਰਟੀ ਦਾ ਵੱਡਾ ਲੀਡਰ ਸੀ ਮੈਂ ਦੇਖਿਆ ਮੈਂ ਕਿਹਾ ਉਹਦੇ ਅੰਦਰੋਂ ਗੱਲ ਕੱਢੀਏ ਕੋਈ ਨਾ ਕੋਈ ਜੋ ਮੇਰੇ ਨਾਲ ਬੋਲਿਆ ਮੈਂ ਉਹਨੂੰ ਕਿਹਾ ਮੈਂ ਕਿਹਾ ਲੀਡਰ ਸਾਹਿਬ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਤੇ ਬਹੁਤ ਠੀਕ ਹੈ ਤਾਂ ਕਹਿੰਦਾ ਉਹ ਮੇਰੇ ਬਾਰੇ ਤੁਹਾਨੂੰ ਪਤਾ ਹੀ ਸਤਿਕਾਰ ਤਾਂ ਕਿੰਨਾ ਕੁ ਕਰਦਾ ਉਹਨਾਂ ਦਾ ਪਰ ਮੈਂ ਉਹ ਮੌਕੇ ਦੀ ਗੱਲ ਸੀ ਉਹ ਕਹਿੰਦਾ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਇੱਕ ਦੋ ਗੱਲਾਂ ਜਵਾਬ ਕੀਤੇ ਮੈਂ ਆਪਦੀ ਨਰਮਾਈ ਨਾਲ ਜਵਾਬ ਦਿੱਤੇ ਮੈਨੂੰ ਕਹਿੰਦਾ ਪ੍ਰਧਾਨ ਜੀ ਦੱਸਾਂ ਤੁਹਾਨੂੰ ਗੱਲ ਦੱਸੋ ਕਹਿੰਦਾ ਸ਼ਾਹ ਨੂੰ ਤੇ ਮੋਦੀ ਨੂੰ ਨੀਂਦ ਨਹੀਂ ਆਉਂਦੀ ਕਿ ਮੈਨੂੰ ਗੱਲ ਲੱਭ ਗਈ ਨੀਂਦ ਤਾਂ ਡਾਤੀ ਨਾ ਬਿਲਕੁਲ ਉਹਨਾਂ ਦਾ ਲੀਡਰ ਕਹਿੰਦਾ ਉਰਦੂ ਸੰਦ ਨਹੀਂ ਕਹਿੰਦਾ ਵੀ ਮੇਰਾ ਕਹਿਣ ਦਾ ਮਤਲਬ ਦੁਖੀ ਉਹ ਬਹੁਤ ਨੇ ਮਨ ਤੋਂ ਤੰਗ ਬਹੁਤ ਨੇ ਮੋਦੀ ਤਾਂ ਇੱਕ ਵਿਚਾਲੇ ਫਸਿਆ ਹੋਇਆ ਜੀ ਉਹ ਜਾਵੇ ਕਿਹਦੇ ਕੰਨੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਪੈਸਾ ਦਿੱਤਾ ਹੁਣ ਉਹ ਪੈਸੇ ਨੂੰ ਵੋਟਾਂ ਨਾਲ ਤੋਲਦਾ ਕਿ ਕਾਦੇ ਨਾਲ ਤੋਲਦਾ ਉਹ ਇਹ ਕਹਿ ਕੇ ਰਹੂਗਾ ਉਹਨੂੰ ਪੂੰਜੀਵਾਲ ਸਾਮਰਾਬਾਦ ਨੂੰ ਲੈ ਵੀ ਮਿੱਤਰੋ ਮੇਰਾ ਸਾਰਾ ਕੁਝ ਗਿਆ ਮੈਂ ਨਹੀਂ ਮੰਨਿਆ ਮੈਂ ਤਾਂ ਤੁਹਾਡੀ ਗੱਲ ਤੇ ਪੱਕਾ ਰਿਹਾ ਗਾਹ ਨੂੰ ਦੇਖ ਲਓ ਜੇ ਦਾ ਲੱਗਿਆ ਕਿਤੇ ਨਾ ਕਿਤੇ ਲਵਾ ਦਿਓ ਪਰ ਦਾ ਲੱਗਣ ਲਈ ਇਹ ਵੱਡੀਆਂ ਤਬਦੀਲੀਆਂ ਇਹ ਅੰਦੋਲਨ ਅੱਜ ਕਿਸੇ ਇੱਕਾ ਦੁੱਕਾ ਜਾਂ ਇੱਕ ਖਾਸ ਫਿਰਕੇ ਦਾ ਸਿਰਫ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ ਇਹ ਜਨ ਅੰਦੋਲਨ ਹੈ ਅਗਲੀ ਸੰਸਦ ਵੱਲ ਦੀ ਕਾਲ ਦਿੱਤੀ ਗਈ ਹੈਗੀ ਹੈ ਉਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜਿਹੜੇ 26 ਜਨਵਰੀ ਤੋਂ ਬਾਅਦ ਦੀ ਜਿਹੜੀ ਘਟਨਾ 26 ਜਨਵਰੀ ਨੂੰ ਹੋਈ ਸੀ ਉਸ ਤੋਂ ਬਾਅਦ ਮੁਕੰਮਲ ਤਿਆਰੀਆਂ ਕੀਤੀਆਂ ਜਾ ਸਕਦੀਆਂ ਸੰਸਦ ਵੱਲ ਨੂੰ ਮਾਰਚ ਕਰਨ ਦੀਆਂ ਦੇਖੋ ਹਾਲੇ ਸੰਸਦ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਡੇਟ ਤੈਅ ਕਰਨੀ ਹੈ ਉਹਦੀ ਮੋਡੈਲਿਟੀਜ਼ ਤੈਅ ਕਰਨੀ ਹੈ ਅਸੀਂ ਸਾਰਾ ਕੁਝ ਧਿਆਨ 'ਚ ਰੱਖ ਕੇ ਮੋਡੈਲਿਟੀਜ਼ ਜਿਹੜੀਆਂ ਤੈਅ ਕਰਕੇ ਫੇਰ ਮਾਰਚ ਕਰਾਂਗੇ ਇਸ ਵਾਰੀ ਉਹ ਪਹਿਲੇ ਵਾਂਗ ਅਸੀਂ ਨਹੀਂ ਕਰਾਂਗੇ ਅਸੀਂ ਬਿਲਕੁਲ ਮੌਕਾ ਨਹੀਂ ਦੇਵਾਂਗੇ ਸਰਕਾਰ ਨੂੰ ਉਹ ਕਿਤੇ ਕੁਟਸਪੈਟ ਕਰਕੇ ਇਸ ਅੰਦੋਲਨ ਰੋਕ ਸਕੇ ਇੱਕ ਹੋਰ ਚੀਜ਼ ਸਿਮਰਜੀਤ ਸਿੰਘ ਬੈਂਸ ਜਿਹੜੇ ਹੈਗੇ ਆ ਉਹਨਾਂ ਨੇ ਕਿਹਾ ਹੈਗਾ ਆ ਕਿ ਕਿਸਾਨੀ ਅੰਦੋਲਨ ਦੇ ਵਿੱਚ ਲੋਕਾਂ ਦੀ ਜਿਹੜੀ ਗਿਣਤੀ ਆ ਘਟਦੀ ਜਾ ਰਹੀ ਹੈ ਤੇ ਲੇਕਿਨ ਹੁਣ ਉਹ ਆਪਣੀ ਪਾਰਟੀ ਦੇ ਲੋਕ ਲੈ ਕੇ ਆਣਗੇ ਬਿਨਾਂ ਝੰਡਿਆਂ ਤੋਂ ਆਣਗੇ ਕੀ ਤੁਸੀਂ ਉਹਨਾਂ ਨੂੰ ਵੈਲਕਮ ਕਰੋਗੇ ਪੋਲੀਟੀਕਲ ਲੀਡਰਾਂ ਨੂੰ ਤਾਂ ਮੈਂ ਹੱਥ ਹੀ ਜੋੜਾਂਗਾ ਵੀ ਤੁਸੀਂ ਜੋ ਮਰਜ਼ੀ ਕਰੋ ਸਾਨੂੰ ਬਖਸ਼ੋ ਸਾਰੀਆਂ ਪਾਰਟੀਆਂ ਆਪਣੇ ਆਪ ਵਿੱਚ ਮਹਿਸੂਸ ਕਰਦੀਆਂ ਵੀ ਉਹਨਾਂ ਦੀ ਜ਼ਮੀਨ ਖੁੱਸ ਗਈ ਤੇ ਉਹ ਕੁਝ ਵੀ ਕਹਿਣਗੀਆਂ ਲੋਕੀ ਹੁਣ ਉਹਨਾਂ ਦੀ ਗੱਲ ਨਹੀਂ ਸੁਣਨ ਤਿਆਰ ਇਸ ਅੰਦੋਲਨ ਨੇ ਬਹੁਤ ਜ਼ਿਆਦਾ ਅਵੇਅਰਨੈਸ ਲਿਆਂਦੀ ਹੈ ਲੋਕਾਂ 'ਚ ਸਮਾਜ 'ਚ ਤੇ ਇਹ ਤੋਂ ਘਬਰਾਏ ਹੋਏ ਨੇ ਇਹ ਸਾਰੀਆਂ ਗੱਲਾਂ ਘਬਰਾਹਟ 'ਚ ਕਰ ਰਹੇ ਨੇ ਜਿਵੇਂ ਲੱਖੇ ਸਿਧਾਣੇ ਨੂੰ ਇਸ ਵਕਤ ਪਰਮਿਸ਼ਨ ਦਿੱਤੀ ਗਈ ਹੈ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿ ਉਹ ਆ ਕੇ ਕਿਸਾਨਾਂ ਨੂੰ ਸਪੋਰਟ ਕਰ ਸਕਦਾ ਹੈ ਉਹ ਵੀ ਅੱਗੇ ਆ ਸਕਦਾ ਹੈ ਉਹ ਵੀ ਬੋਲ ਸਕਦਾ ਹੈ ਲੇਕਿਨ ਕੀ ਇਹ ਵੀ ਸਵਾਲ ਹੈਗਾ ਆ ਜੇ ਦੀਪ ਸਿੱਧੂ ਦੁਬਾਰਾ ਆਉਣ ਦੀ ਕੋਸ਼ਿਸ਼ ਕਰਦਾ ਹੈ ਤਦ ਆਗੂ ਕੀ ਕਰਨਗੇ ਦੀਪ ਸੰਧੂ ਦਾ ਤੇ ਮਤਲਬ ਲੱਖੇ ਦਾ ਆਪ 'ਚ ਸਿਧਾਂਤਕ ਤੌਰ ਤੇ ਲੜਾਈ ਲੜਨ ਤੌਰ ਤੇ ਤਰੀਕੇ ਦਾ ਖਾਸਾ ਫਰਕ ਹੈਗਾ ਲੱਖਾ ਲੰਮੇ ਸਮੇਂ ਤੋਂ ਜੁੜਿਆ ਹੋਇਆ ਲੋਕਾਂ ਦੇ ਨਾਲ ਚਾਹੇ ਉਹਨੇ ਪੰਜਾਬੀ ਬਾਰੇ ਗੱਲ ਕਰੀ ਆ ਚਾਹੇ ਨੌਜਵਾਨਾਂ ਨਾਲ ਮਿਲਦਾ ਕਰਦਾ ਹੈਗਾ ਇਹ ਇੱਕ ਉਦੋਂ ਆਇਆ ਜਿੱਦੇ ਅਸੀਂ ਪੰਜਾਬ ਦੇ ਵਿੱਚ ਅੰਦੋਲਨ ਛੇੜਿਆ ਇਹ ਤਾਂ ਮੈਨੂੰ ਤਾਂ ਮੇਰੇ ਤਾਂ ਸ਼ੱਕ ਹੈ ਵੀ ਇਹ ਭੇਜਿਆ ਹੈਗਾ ਸਰਕਾਰ ਵੱਲੋਂ ਲਾਈ ਦੀ ਡਿਊਟੀ ਇਹਨੇ ਅੱਡ ਆ ਕੇ ਧਰਨਾ ਲਾਇਆ ਪੰਜਾਬ 'ਚ ਵਿੱਚ ਨਹੀਂ ਆਇਆ ਲੱਖਾ ਉਦੋਂ ਵੀ ਸਾਡੀਆਂ ਸਟੇਜਾਂ 'ਤੇ ਆਉਂਦਾ ਰਿਹਾ ਤੇ ਹੁਣ ਵੀ ਆ ਜਾਊਗਾ ਤੇ ਇਹ ਉਹ ਨਹੀਂ ਬਿਲਕੁਲ ਨਹੀਂ ਉਹਦੇ ਬਾਰੇ ਸੋਚਿਆ ਜਾਊ ਹਜੇ ਕੋਈ ਗੱਲ ਨਹੀਂ ਹੈਗੀ ਨਾ ਕੋਈ ਗੱਲ ਆਈ ਹੈ ਤੇ ਨਾ ਸ਼ਾਇਦ ਅਜੇ ਸੋਚਣਾ ਜਿਹੜਾ ਅਗਲਾ ਪ੍ਰੋਗਰਾਮ ਦਿੱਤਾ ਗਿਆ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੈਦਲ ਯਾਤਰਾ ਦਾ ਸੰਸਦ ਵੱਲ ਨੂੰ ਉਹਦੇ ਵਿੱਚ ਕਿਸ ਤਰੀਕੇ ਦਾ ਪ੍ਰੋਗਰਾਮ ਰਹੇਗਾ ਕੀ ਕੀਤਾ ਜਾਏਗਾ ਉਹਦੇ ਵਿੱਚ ਹਜੇ ਸਾਡਾ ਪੈਦਲ ਯਾਤਰਾ ਹੀ ਹੈ ਕੋਈ ਹਾਲਾ ਪ੍ਰੋਗਰਾਮ ਨਹੀਂ ਹੈਗਾ ਕੁਝ ਕਰਿਆ ਉਹ 17 ਤਰੀਕ ਦੀ ਦੁਬਾਰੇ ਮੀਟਿੰਗ ਹੈਗੀ ਉਹਦੇ ਵਿੱਚ ਤੈਅ ਹੋ ਜਾਊਗਾ ਵੀ ਕਿਹੜੇ ਤਰੀਕੇ ਨਾਲ ਜਾਣਾ ਕਿੱਥੋਂ ਦੀ ਜਾਣਾ ਕਿਵੇਂ ਜਾਵਾਂਗੇ ਉਹ ਤੈਅ ਹੋਊਗਾ ਤੇ ਕੀ ਉਹਦੇ ਵਿੱਚ ਸਾਰਾ ਧਿਆਨ ਦਿੱਤਾ ਜਾ ਰਿਹਾ ਕਿਉਂਕਿ ਪਿਛਲੀ ਵਾਰ ਜਦ 26 ਜਨਵਰੀ ਨੂੰ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਘਟਨਾਵਾਂ ਹੋ ਗਈਆਂ ਸੀਗੀਆਂ ਜਿਨਨੇ ਕਿਤੇ ਨਾ ਕਿਤੇ ਜਿਹੜਾ ਅੰਦੋਲਨ ਹੈਗਾ ਉਹਨੂੰ ਫਿੱਕਾ ਪਾਉਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਤੇ ਹੁਣ ਅਗਲੇ ਪ੍ਰੋਗਰਾਮ ਵਾਸਤੇ ਕੀ ਕੀ ਇੰਤਜ਼ਾਮ ਕੀਤੇ ਜਾਣਗੇ ਅਸੀਂ ਤਾਂ ਹੁਣ ਵੀ ਕਹਿੰਦੇ ਜੇ ਬਾਹਰਲੀਆਂ ਸ਼ਕਤੀਆਂ ਆ ਕੇ ਅੰਦੋਲਨ 'ਚ ਦਾਖਲ ਤਾਂ ਜੀ ਦੇਣਗੀਆਂ ਜਦੋਂ ਮਰਜ਼ੀ ਵੀ ਕਰ ਸਕਦੀਆਂ ਹੁਣ ਇਹਨਾਂ ਕੋਲ ਯਾਰ ਰਸ ਕੋਲ ਕਿੰਨੇ ਗੁੰਡੇ ਨੇਗੇ ਉਹ 1000 ਗੁੰਡਾ ਵਿੱਚ ਭੇਜ ਦੇਣ ਉਹ ਕਰਾ ਸਕਦੇ ਨੇ ਗੜਬੜ ਕਰਾ ਸਕਦੇ ਨੇਗੇ
ਜਾਂ ਉਹਨਾਂ ਦੀਆਂ ਨੀਤੀਆਂ ਤੇ ਸਾਡੇ ਜੋ ਕੋਈ ਚੱਲੂਗਾ ਫਿਰ ਦੇਖ ਲਾਂਗੇ ਵੀ ਕਿਵੇਂ ਕਰਦਾ ਹੈਗਾ। ਅੰਦੋਲਨ ਸ਼ਾਂਤ ਰਹੂਗਾ। ਸਾਡੀ ਪੱਕੀ ਬਾਹ ਹੈ ਵੀ ਅਸੀਂ ਅੰਦੋਲਨ ਨੂੰ ਨਹੀਂ ਹਿੰਸਕ ਹੋਣ ਦਿੰਦੇ, ਸ਼ਾਂਤ ਰੱਖਣਾ, ਇਹਨੂੰ ਲੰਮਾ ਚਲਾਵਾਂਗੇ ਤੇ ਲੰਮੇ ਹੀ ਚੱਲ। ਅਸੀਂ ਸਰਕਾਰ ਦੇ ਉਮੀਦ ਨਾਲ ਨਹੀਂ ਬੈਠੇ, ਅਸੀਂ ਤੇ ਆਪਣੇ ਹੌਸਲੇ ਨਾਲ ਬੈਠੇ ਵੀ ਜਦੋਂ ਤੱਕ ਅਸੀਂ ਜਿੱਤਦੇ ਨਹੀਂ ਅਸੀਂ ਆਉਂਦੇ ਨਹੀਂ। ਇਹਨਾਂ ਦੀ ਮਰਜ਼ੀ, ਭਾਵੇਂ ਗੱਲ ਹੁਣ ਕਰ ਲੈਣ ਭਾਵੇਂ 2024 ਚ ਕਰ ਲੈਣ। ਬਹੁਤ ਬਹੁਤ ਸ਼ੁਕਰੀਆ ਚੰਡੂਨੀ ਸਾਹਿਬ। ਇਹ ਸੀਗੇ ਗੁਰਨਾਮ ਸਿੰਘ ਚੰਡੂਨੀ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਤੇ ਕਿਹਾ ਕਿ ਇਹ ਸਰਕਾਰ ਦੇ ਫੈਸਲੇ ਤੇ ਨਹੀਂ ਬੈਠੇ, ਅੰਦੋਲਨ ਤਦ ਤੱਕ ਚੱਲਦਾ ਰਹੇਗਾ ਜਦ ਤੱਕ ਇਹ 3 ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਣਗੇ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਏਗਾ। ਕੈਮਰਾਮੈਨ ਸੁਨੀਲ ਦੇ ਨਾਲ ਅਨੂਜਾ ਸ਼ਰਮਾ, ਦੇਸ਼ ਪ੍ਰਦੇਸ਼ ਟੀਵੀ, ਸਰਹੰਦ। ਸੋ ਵਿਸਾਖੀ ਦਾ ਜਿਹੜਾ ਦਿਹਾੜਾ ਹੈ ਇਸ ਦੀ ਮਹਾਨਤਾ ਦੇ ਕਈ ਪੱਖ ਹਨ। ਜਿੱਥੇ ਧਾਰਮਿਕ ਤੌਰ ਤੇ ਖਾਲਸੇ ਦਾ ਸਾਜਨਾ ਦਿਵਸ ਹੈ, ਉਸ ਦੇ ਨਾਲ ਨਾਲ ਸਦੀਆਂ ਤੋਂ ਹੀ ਇਸ ਨੂੰ ਸੱਭਿਆਚਾਰਕ ਖੁਸ਼ੀਆਂ ਖੇੜਿਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਔਰ ਖੂਨੀ ਇਤਿਹਾਸ ਦੇ ਪੰਨੇ ਵੀ ਇਸ ਦੇ ਨਾਲ ਜੁੜੇ ਹੋਏ ਹਨ। ਜਦੋਂ ਆਪਾਂ ਜਲਿਆਂਵਾਲੇ ਬਾਗ ਦੀ ਗੱਲ ਕਰਦੇ ਹਾਂ ਤਾਂ ਉਸ ਨੂੰ ਸੋਚ ਕੇ, ਉਸ ਨੂੰ ਯਾਦ ਕਰਕੇ ਰੌਂਗਟੇ ਖੜੇ ਹੋ ਜਾਂਦੇ ਹਨ। ਸੋ ਇਹਨਾਂ ਦਿਨਾਂ ਦੇ ਉੱਤੇ ਅਸੀਂ ਜਿੱਥੇ ਇਤਿਹਾਸ ਦੇ ਵਰਕੇ ਫਰੋਲਦੇ ਹਾਂ, ਆਪਣੇ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ, ਤਾਂ ਕਿਉਂ ਨਾ ਕਿਸਾਨੀ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਵੇ। ਹੁਣ ਜਦੋਂ ਅਸੀਂ ਨਿਗਾਹ ਮਾਰਦੇ ਹਾਂ, ਜਿੰਨੇ ਵੀ ਬਾਰਡਰਾਂ ਦੇ ਉੱਤੇ ਦਿੱਲੀ ਦੇ ਆਲੇ ਦੁਆਲੇ ਮੋਰਚੇ ਲੱਗੇ ਹੋਏ ਹਨ, ਇਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਪ੍ਰਤੀਕ ਚਿੰਨ੍ਹਾਂ ਦੇ ਤੌਰ ਤੇ ਬੁੱਤ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਮਿਸਾਲ ਤੁਹਾਨੂੰ ਦਿਖਾਉਂਦੇ ਹਾਂ। हमारे पीछे ये हाल में चल रहे देश में किसान आंदोलन का एक प्रतीक चिन्ह है एक तरह से, और कलाकार ने इसको बनाने से पहले जो इसके पीछे जो थीम है, जो सोच है, वो बहुत गहरी सोच है। और टीकरी बॉर्डर पे आके इस प्रतिमा को बनाने के लिए बंगाल के कलाकार आए थे यहाँ पर, स्कल्प्टर, और उन्होंने इसके अंदर दिखाया ये है कि हल भी है किसान के कंधे के ऊपर और दूसरे कंधे पे जो शहीद हैं हमारे 350 शहीद आज तक हो चुके इस आंदोलन के चलते हुए। तो इसका मतलब ये है कि हम शहीद भी होंगे और खेती भी करेंगे। ये दोनों संदेश ये प्रतिमा जो है दे रही है। सिंघू बॉर्डर के ऊपर भी, गाजीपुर भी, शाहजहांपुर भी, टीकरी भी और सभी बॉर्डरों के ऊपर किसी न किसी रूप में एक कृषि का चिन्ह और किसान का एक निशान इस आंदोलन की याद रखने के लिए स्थापित किया गया है। तो हम इस मौके के ऊपर इस प्रतिमा के सामने अपने शहीदों को याद करते हुए उनको श्रद्धांजलि अर्पित करते हैं और ये संकल्प लेते हैं कि जिन्होंने शहादत दी है हमारे इस किसान की मुक्ति के लिए, उनको हमेशा हमेशा के लिए याद रखा जाएगा। ਉਮੀਦ ਕਰਦਾ ਹਾਂ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਵਿਸਾਖੀ ਸਪੈਸ਼ਲ ਪ੍ਰੋਗਰਾਮ ਵੀ ਪਸੰਦ ਆ ਰਿਹਾ ਹੋਵੇਗਾ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਇੱਕ ਗੀਤ ਤੁਹਾਡੇ ਵਾਸਤੇ ਜ਼ਰੂਰ ਮੈਂ ਕਲਾਸਿਕ ਗੀਤ ਪੇਸ਼ ਕਰਨਾ ਹੈ। ਸੱਭਿਆਚਾਰਕ ਪੱਖੋਂ ਜਿਹੜਾ ਮੇਲਿਆਂ ਦਾ ਤਿਉਹਾਰ ਹੈ, ਇਸ ਦੇ ਵਿੱਚ ਭੰਗੜਾ, ਗਿੱਧਾ ਇਸ ਦੀ ਸ਼ਾਨ ਰਹੇ ਹਨ। ਇੱਥੋਂ ਤੱਕ ਕਿ ਬਹੁਤ ਸਾਰਾ ਗੀਤ ਸੰਗੀਤ ਵਿਸਾਖੀ ਦੇ ਮੌਕੇ 'ਤੇ ਰਿਲੀਜ਼ ਹੁੰਦਾ ਰਿਹਾ ਹੈ। ਸਪੈਸ਼ਲ ਗੀਤ ਅਤੇ ਵੀਡੀਓਜ਼ ਤਿਆਰ ਹੁੰਦੀਆਂ ਰਹੀਆਂ ਹਨ ਅਤੇ ਫਿਲਮਾਂ ਦਾ ਵੀ ਇਸ ਦੇ ਨਾਲ ਗੂੜਾ ਸੰਪਰਕ ਰਿਹਾ ਹੈ। ਪੰਜਾਬੀ ਫਿਲਮਾਂ ਦੇ ਵਿੱਚ ਵਿਸਾਖੀ ਦਾ ਗੀਤ ਤਕਰੀਬਨ ਇੱਕ ਅੱਧਾ ਸ਼ੂਟ ਕਰਨਾ ਹੀ ਹੁੰਦਾ ਸੀ। ਔਰ ਇੱਥੇ ਹੀ ਬਸ ਨਹੀਂ, ਹਿੰਦੀ ਫਿਲਮਾਂ ਦੇ ਵਿੱਚ ਵੀ ਬਹੁਤ ਸਾਰੇ ਵਿਸਾਖੀ ਦੇ ਭੰਗੜੇ, ਗਿੱਧੇ ਵਾਲੇ ਗੀਤ ਜਿਹੜੇ ਆ ਉਹ ਸ਼ਾਮਲ ਹੁੰਦੇ ਰਹੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਾਸਤੇ ਬਲੈਕ ਐਂਡ ਵਾਈਟ ਪੰਜਾਬੀ ਫਿਲਮ ਜਿਹੜੀ 1962 ਦੇ ਵਿੱਚ ਆਈ ਸੀ, ਚੌਧਰੀ ਕਰਨੈਲ ਸਿੰਘ, ਉਸ ਦੇ ਵਿੱਚੋਂ ਭੰਗੜਾ ਪੇਸ਼ ਕਰਨਾ ਹੈ। ਇਹ ਫਿਲਮ ਪਹਿਲੀ ਨੈਸ਼ਨਲ ਅਵਾਰਡ ਜੇਤੂ ਫਿਲਮ ਸੀ ਔਰ ਇਸ ਦੇ ਵਿੱਚ ਪ੍ਰੇਮ ਚੋਪੜਾ ਹੋਣੀ ਪਹਿਲੀ ਵਾਰ ਕਿਸੇ ਫਿਲਮ ਦੇ ਵਿੱਚ ਕੰਮ ਕੀਤਾ ਸੀ। ਇਸ ਦੇ ਵਿੱਚ ਜਿਹੜੇ ਮੁੱਖ ਚਿਹਰੇ ਤੁਸੀਂ ਦੇਖੋਗੇ, ਪ੍ਰੇਮ ਚੋਪੜਾ ਹੋਣਾ ਦੇ ਨਾਲ ਮਦਨਪੁਰੀ ਵੀ ਹਨ, ਸੁੰਦਰ ਵੀ ਹਨ, ਹੋਰ ਬਹੁਤ ਸਾਰੇ ਕਲਾਕਾਰ ਹਨ ਤੇ ਇਸ ਗੀਤ ਨੂੰ ਮੁੱਖ ਤੌਰ ਤੇ ਆਵਾਜ਼ਾਂ ਦਿੱਤੀਆਂ ਹਨ ਰਫੀ ਸਾਹਿਬ, ਆਸ਼ਾ ਭੌਂਸਲੇ, ਮੀਨੂ ਪੁਰਸ਼ੋਤਮ ਅਤੇ ਸੁਰਿੰਦਰ ਕੋਹਲੀ ਨੇ। ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੋ ਜਾਵੇਗੀ। ਬਲਜਿੰਦਰ ਸਿੰਘ ਅਟਵਾਲ ਨੂੰ ਅਗਲੇ ਹਫ਼ਤੇ ਤੱਕ ਇੱਥੇ ਹੀ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ, ਹੈਪੀ ਵਿਸਾਖੀ।